ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਇੱਕ ਭਰਿਆ ਪੂਰਾ ਦਿਨ ਦਾ ਅਗਲਾ ਅੰਗ। ਸਾਹਾਂ ਵਿੱਚ ਭਰੋਸਾ ਨਹੀਂ, ਭਰੋਸੇ ਵਿੱਚ ਸਾਹ। ਮੈਡੀਕਲ ਕਾਲਜ ਡਿਊਟੀ 'ਤੇ ਤਕਰੀਬਨ ਇਹੀ ਸਮਾਂ ਹੋਏਗਾ 10:30-11 ਵਜੇ ਦਾ। ਮਲਕੀਤ ਸਿੰਘ ਆਪਣੀ ਪਤਨੀ ਬਿੰਦਰ ਤੇ ਬੇਟੀ ਨਵਪ੍ਰੀਤ ਨਾਲ ਮੇਰੇ ਵਿਭਾਗੀ ਕਮਰੇ 'ਚ ਦਾਖਲ ਹੋਏ। ਉਂਝੋਂ ਮੈਨੂੰ ਪਹਿਲਾਂ ਵੀ ਮਿਲਿਆ ਹੋਇਆ ਸੀ ਮੋਗੇ ਇੱਕ ਸੈਮੀਨਾਰ 'ਤੇ। ਉਦੋਂ ਉਹਨੇ ਮਿੰਨੀ ਮੈਗਜ਼ੀਨ ਲਈ ਚੰਦਾ ਫੜਾਇਆ ਤੇ ਨਾਲ ਹੀ ਦੱਸਿਆ ਕਿ ਉਹ ਤਰਕਸ਼ੀਲ ਸੁਸਾਇਟੀ ਦੀ ਮੈਗਜ਼ੀਨ ਤੇ ਹੋਰ ਸਿਹਤ ਸੰਬੰਧੀ ਸਾਹਿਤ ਲੋਕਾਂ ਤੱਕ ਪਹੁੰਚਾਉਂਦਾ ਵੰਡਦਾ ਰਹਿੰਦਾ ਹੈ। ਮਲਵਈ ਕੁੜਤਾ ਪਜਾਮਾ, ਉਸ ਇਲਾਕੇ ਵਾਂਗ ਬੰਨੀ ਪੱਗ। ਇਸੇ ਤਰ੍ਹਾਂ ਹੀ ਮਾਂ ਧੀ ਆਪਣੇ ਲਿਬਾਸ 'ਚ ਜਦੋਂ ਮੇਰੇ ਕੋਲ ਆਏ ਤਾਂ ਮੈਂ ਕੁਰਸੀਆਂ 'ਤੇ ਬੈਠਣ ਨੂੰ ਕਿਹਾ। ਮੈਂ ਮਰੀਜ਼ ਦੇਖਣ ਵਾਲਾ ਡਾਕਟਰ ਤਾਂ ਹੈ ਨਹੀਂ ਜੋ ਭੀੜ ਹੋਵੇ ਜਾਂ ਬਾਹਰ ਉਡੀਕਣਾ ਪਵੇ। ਮੇਰੇ ਕੋਲ ਤਾਂ ਕੋਈ ਨਿੱਜੀ ਕੰਮ ਲਈ ਹੀ ਆਉਂਦਾ ਹੈ, ਜਾਂ ਖੋਜ ਕਰਦਾ ਵਿਦਿਆਰਥੀ, ਜਾਂ ਕੋਈ ਖੇਮਕਰਨੀ ਸਾਹਿਬ ਵਰਗਾ ਸਾਹਿਤਕ ਮਿੱਤਰ, ਜਾਂ ਇਸ ਤਰ੍ਹਾਂ ਜਿਵੇਂ ਅੱਜ ਮਲਕੀਤ ਜ਼ੀਰੇ ਤੋਂ ਕਿਸੇ ਵਿਸ਼ੇਸ਼ ਸਲਾਹ ਲਈ। ਮਲਕੀਤ ਆਪਣੀ ਪਤਨੀ ਬਿੰਦਰ ਨੂੰ ਹੋਈ ਸ਼ੂਗਰ ਬਾਰੇ ਕੁਝ ਸ਼ੰਕੇ ਦੂਰ ਕਰਨ ਲਈ ਆਪਣੇ ਪਿੰਡ ਗਾਦੜੀਵਾਲ ਜ਼ੀਰਾ ਤੋਂ ਆਇਆ ਸੀ। ਉਹਨੇ ਆਪਣੇ ਰੋਜ਼ਾਨਾ ਦਵਾਈ ਦੇਣ ਵਾਲੇ ਡਾਕਟਰ ਨਾਲ ਸਲਾਹ ਵੀ ਕੀਤੀ ਸੀ ਤੇ ਮੇਰੀ ਛੋਟੀ ਜਿਹੀ ਪੁਸਤਕ ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ ਵੀ ਪੜ੍ਹੀ ਸੀ। ਦੋਹਾਂ ਵਿੱਚ ਹੀ ਵਿਰੋਧਾਭਾਸ ਸੀ। ਮਲਕੀਤ ਨੇ ਦੱਸਿਆ ਡਾਕਟਰ ਕੋਲ ਗਏ ਤਾਂ ਰਿਪੋਰਟਾਂ ਦੇਖ ਕੇ ਉਸ ਡਾਕਟਰ ਨੇ ਤਾਂ ਬਾਲਾ ਹੀ ਡਰਾਤਾ। ਇਹ ਤਾਂ ਪੱਕੀ ਬਿਮਾਰੀ ਲੱਗ ਗਈ, ਸਾਰੀ ਉਮਰ ਦਵਾਈ ਖਾਣੀ ਪਊ, ਬਾਰ-ਬਾਰ ਚੈੱਕ ਕਰਾਉਣਾ ਪਊ। ਖਾਣ ਪ੍ਰਤੀ ਵੀ ਇੱਕ ਵੱਡੀ ਸਾਰੀ ਲਿਸਟ ਫੜਾਤੀ ਤੇ ਕਹੇ ਇਹ ਨਹੀਂ ਖਾਣਾ। ਬਿੰਦਰ ਤਾਂ ਬਾਲੀ ਘਬਰਾ ਗਈ। ਮੈਂ ਚਾਹ ਬਣਵਾਈ ਤੇ ਅਸੀਂ ਚਾਹ ਪੀਤੀ। ਮੈਂ ਉਹਨਾਂ ਨੂੰ ਉਹੀ ਕੁਝ ਗੱਲੀਂ ਬਾਤੀਂ ਸਮਝਾਇਆ ਜੋ ਉਹਨਾਂ ਕਿਤਾਬ 'ਚੋਂ ਪੜ੍ਹ ਲਿਆ ਸੀ। ਮੇਰਾ ਨੁਕਤਾ ਹੈ ਕਿ ਬਿਮਾਰੀ ਠੀਕ ਹੋਣ ਵਾਲੀ ਨਹੀਂ ਹੈ, ਕਾਬੂ 'ਚ ਰਹਿਣ ਵਾਲੀ ਹੈ। ਇਹਦੇ ਲਈ ਬਾਰ-ਬਾਰ ਡਾਕਟਰ ਕੋਲ ਜਾਣ ਦੀ ਬਹੁਤੀ ਲੋੜ ਨਹੀਂ ਹੈ। ਆਪਣੇ ਡਾਕਟਰ ਆਪ ਬਣੋ। ਖੁਰਾਕ ਇੱਕ ਬਹੁਤ ਅਹਿਮ ਪੱਖ ਹੈ ਬਿਮਾਰੀ ਦਾ, ਤੇ ਕੀ ਖਾਓ ਕੀ ਨਾ ਖਾਓ ਦੀ ਵੰਡ ਕਰਦੀ ਸੂਚੀ ਕਾਰਗਰ ਨਹੀਂ ਹੁੰਦੀ। ਮੈਂ ਸਮਝਾਇਆ ਹੈ ਕਿ ਆਪਣੇ ਪੂਰੇ ਦਿਨ ਦੀ ਲੋੜ ਨੂੰ ਜਾਣੋ ਤੇ ਆਪਣੀ ਖੁਰਾਕ ਆਪ ਬਣਾਉਣਾ ਸਿੱਖੋ। ਕਿਸੇ ਚੀਜ਼ ਤੋਂ ਪਰਹੇਜ਼ ਨਹੀਂ, ਸਿਰਫ ਚੀਨੀ ਤੋਂ ਸਿਵਾਏ। ਬਾਕੀਆਂ ਦੀ ਮਾਤਰਾ ਖੁਦ ਤੈਅ ਕਰੋ। ਉਹ ਬਿਮਾਰੀ ਦਾ ਬੋਝ ਹਲਕਾ ਕਰਕੇ ਚਲੇ ਗਏ। ਉਹ ਦਿਨ ਤੇ ਅੱਜ ਦਾ ਦਿਨ ਇੱਕ ਅਜਿਹੀ ਸਾਂਝ ਬਣੀ ਹੈ ਜੋ ਮੈਂ ਇਸ ਤਰ੍ਹਾਂ ਕਹਿ ਸਕਦਾ ਕਿ ਮਲਕੀਤ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ ਪਿੰਡ ਗਾਦੜੀਵਾਲ ਜ਼ੀਰੇ ਦੇ ਬਿਲਕੁਲ ਨਾਲ। ਅੱਜ ਕੱਲ੍ਹ ਅੰਮ੍ਰਿਤਸਰ ਬਠਿੰਡਾ ਹਾਈਵੇ ਉਹਦੀ ਜ਼ਮੀਨ 'ਚੋਂ ਲੰਘਦਾ ਹੈ। 5-7 ਕਿੱਲੇ ਹੋਏਗੀ। ਉਸ 'ਚ ਜਦੋਂ ਕਣਕ ਜਾਂ ਝੋਨਾ ਬੀਜਦਾ ਤਾਂ ਉਹਨੂੰ ਮੰਡੀ 'ਚ ਲਿਜਾਣ ਤੋਂ ਪਹਿਲਾਂ ਆਪਣੇ ਘਰ ਦੀ ਲੋੜ ਜੋਗੀ ਵੱਖਰੀ ਕੱਢ ਲੈਂਦਾ। ਉਸ 'ਚ ਮੇਰਾ ਹਿੱਸਾ ਵੀ ਹੁੰਦਾ ਹੈ। ਜਦੋਂ ਤੋਂ ਕਣਕ ਚਾਵਲ ਮੇਰੇ ਕੋਲ ਪਹੁੰਚਣ ਲੱਗੇ ਤਾਂ ਸਾਡੇ ਰਾਸ਼ਨ ਵਾਲਾ ਕਹਿਣ ਲੱਗਾ, ਡਾਕਟਰ ਸਾਹਿਬ ਤੁਸੀਂ ਰਾਸ਼ਨ ਦੀ ਲਿਸਟ 'ਚ ਆਟਾ ਨਹੀਂ ਲਿਖਦੇ, ਉਹ ਹੋਰ ਕਿਤੋਂ ਲੈਂਦੇ ਹੋ? ਤਾਂ ਮੈਂ ਕਿਹਾ ਵੀ ਨਹੀਂ ਮਹਾਜਨ ਸਾਹਿਬ, ਉਹ ਮੇਰੇ ਪਿੰਡੋਂ ਆ ਜਾਂਦਾ ਹੈ। ਮੇਰਾ ਆਪਣਾ ਪਿੰਡ ਨਾ ਹੋਣ ਦਾ ਅਹਿਸਾਸ ਕਈ ਵਾਰੀ ਅਜੀਬ ਲੱਗਿਆ ਜਦੋਂ ਪੰਜਾਬ 'ਚ ਆਮ ਗੱਲਬਾਤ ਦਾ ਹਿੱਸਾ ਹੋਵੇ। ਉਹਨੂੰ ਹੁਣ ਇਸ ਪੱਖ ਨੇ ਭਰਿਆ। ਇੱਕ ਵਾਰੀ ਜ਼ੀਰੇ 'ਚ ਮਲਕੀਤ ਦੇ ਘਰੇ ਸਾਹਿਤਕ ਗੋਸ਼ਟੀ ਕਰ ਰਹੇ ਸੀ। ਮਿੰਨੀ ਤ੍ਰੈਮਾਸਿਕ ਨਾਲ ਜੁੜਨ ਕਰਕੇ ਉਹਦਾ ਰਿਲੀਜ਼ ਸਮਾਗਮ ਸੀ। ਦੋਸਤ ਇਕੱਠੇ ਹੋ ਰਹੇ ਸੀ ਤਾਂ ਮਲਕੀਤ ਨੇ ਗੋਸ਼ਟੀ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਨਾਲ ਆਪਣੀ ਸਾਂਝ ਬਾਰੇ ਦੱਸਦਿਆਂ ਕਿਹਾ, ਸਾਥੀਓ ਮੈਂ ਤੁਹਾਨੂੰ ਦੱਸਦੇ ਹਾਂ, ਮੈਂ ਤੇ ਬਿੰਦਰ ਕਈ ਵਾਰੀ ਗੱਲਾਂ ਕਰਦੇ ਹੁੰਦੇ ਹਾਂ ਕਿ ਜਦੋਂ ਪਹਿਲੀ ਵਾਰ ਇਹਨਾਂ ਕੋਲ ਮਿਲਣ ਗਏ ਕਾਲਜ, ਮੈਡੀਕਲ ਕਾਲਜ, ਇੰਨੇ ਵੱਡੇ MD ਡਾਕਟਰ ਜਿਨ੍ਹਾਂ ਨੂੰ ਮਿਲਣ ਲਈ ਸਮਾਂ ਲੈਣਾ ਪੈਂਦਾ, ਬਾਹਰ ਬੈਠ ਉਡੀਕਣਾ ਪੈਂਦਾ, ਇਹ ਸਾਨੂੰ ਮਿਲੇ, ਪੂਰੀ ਗੱਲ ਸੁਣੀ ਤੇ ਚਾਹ ਵੀ ਪਿਲਾਈ। ਵੈਸੇ ਤਾਂ ਕਿਸੇ ਦੀ ਮੂੰਹ 'ਤੇ ਤਾਰੀਫ ਨਹੀਂ ਕਰਨੀ ਚਾਹੀਦੀ, ਅਜਿਹਾ ਕਿਹਾ ਕਰਿਆ ਜਾਂਦਾ ਹੈ। ਮੈਨੂੰ ਕੁਛ ਅਜੀਬ ਜਿਹਾ ਜ਼ਰੂਰ ਲੱਗਿਆ। ਮੈਂ ਇਸ ਸਭ ਨੂੰ ਇਹ ਕਹਿ ਕੇ ਸਮੇਟਿਆ ਕਿ ਮਲਕੀਤ ਜੀ, ਉਸ ਚਾਹ ਸਦਕਾ ਹੀ ਜਦੋਂ ਵੀ ਇਸ ਰਾਹ ਤੋਂ ਲੰਘਦਾ ਤੁਹਾਡੇ ਕੋਲ ਬੜੇ ਮਾਣ ਨਾਲ ਸਿਰਫ ਚਾਹ ਹੀ ਨਹੀਂ ਪੀਂਦਾ, ਨਾਸ਼ਤਾ ਵੀ ਕਰ ਜਾਂਦਾ। ਕੋਈ ਮਾੜਾ ਸੌਦਾ ਨਹੀਂ ਹੈ। ਸੌਦਾ ਸ਼ਬਦ ਵਪਾਰ ਨਾਲ ਜੁੜਿਆ ਹੋਇਆ, ਆਪਸੀ ਪਿਆਰ ਤੇ ਰਿਸ਼ਤੇ 'ਚ ਇਹਦੀ ਥਾਂ ਨਹੀਂ ਹੈ, ਪਰ ਸਾਹਿਤਕ ਭਾਸ਼ਾ 'ਚ ਇਹਨੂੰ ਵਰਤਣ ਦੀ ਛੋਟ ਹੈ ਜੇਕਰ ਇਹਦੇ ਭਾਵ ਨੇੜਤਾ ਵਾਲੇ ਹੋਣ। ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ। ਉਂਝ ਪੂੰਜੀਵਾਦ ਨੇ ਕਈ ਸ਼ਬਦਾਂ ਨੂੰ ਪਲੀਤ ਵੀ ਕੀਤਾ। ਦਿਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੈਡੀਕਲ ਕਾਲਜ ਦੀ ਪਹਿਲੇ ਸਾਲ ਦੀ ਪੜ੍ਹਾਈ ਦੌਰਾਨ ਅਸੀਂ ਇੱਕ ਲੈਬੋਰਟਰੀ ਤਜਰਬਾ ਕਰਦੇ ਸੀ। ਤਜਰਬਾ ਕਰਦੇ ਭਾਵੇਂ ਡੱਡੂਆਂ ਨੂੰ ਬੇਹੋਸ਼ ਕਰਕੇ ਸੀ, ਪਰ ਨਤੀਜਾ ਮਨੁੱਖੀ ਸਰੀਰ ਲਈ ਹੁੰਦਾ ਸੀ। ਤਜਰਬਾ ਸੀ ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਦੀ ਕਾਰਜ ਪ੍ਰਣਾਲੀ ਸਮਝਣਾ। ਸਾਡੇ ਸਰੀਰ 'ਚ ਮਾਸ ਪਿੰਡਲੀਆਂ 'ਤੇ ਵੀ ਹੁੰਦਾ ਹੈ, ਡੌਲਿਆਂ 'ਤੇ ਵੀ, ਤੇ ਦਿਲ ਦੀਆਂ ਵੀ ਮਾਸਪੇਸ਼ੀਆਂ ਹਨ। ਡੱਡੂ ਨੂੰ ਬੇਹੋਸ਼ ਕਰਕੇ ਪਹਿਲਾਂ ਉਹਦੀਆਂ ਪਿੰਡਲੀਆਂ 'ਚ ਇੱਕ ਬਿਜਲਈ ਤਾਰ ਜੋੜਦੇ, ਦੂਜਾ ਸਿਰਾ ਇੱਕ ਡਰਮ ਨਾਲ, ਫਿਰ ਕਰੰਟ ਛੱਡਦੇ ਤੇ ਪਿੰਡਲੀਆਂ ਦੀਆਂ ਮਾਸਪੇਸ਼ੀਆਂ ਨੂੰ ਝਟਕਾ ਲੱਗ ਜਾਂਦਾ। ਡਰਮ ਨਾਲ ਜੁੜਿਆ ਸਿਰਾ ਹਿੱਲਦਾ ਤੇ ਉਸ ਡਰਮ 'ਤੇ ਇੱਕ ਲਕੀਰ ਖਿੱਚੀ ਜਾਂਦੀ।
ਫਿਰ ਕਰੰਟ ਵਧਾਉਂਦੇ ਝਟਕਾ ਵੱਧਦਾ, ਡਰਮ ਦੀ ਲਕੀਰ ਉਤਾਂਹ ਨੂੰ ਪੈ ਜਾਂਦੀ। ਇਸ ਤਰ੍ਹਾਂ ਇਹ ਕਰੰਟ ਵਧਾਉਣਾ ਜਾਰੀ ਰਹਿੰਦਾ। ਇੱਕ ਪੱਧਰ 'ਤੇ ਆ ਕੇ ਕਰੰਟ ਦੇ ਵਧਾਉਣ ਨਾਲ ਝਟਕੇ ਦੀ ਮਾਤਰਾ ਵਿੱਚ ਫਰਕ ਨਾ ਪੈਂਦਾ। ਇਹੀ ਸਭ ਕੁਝ ਫਿਰ ਦਿਲ ਦੀਆਂ ਮਾਸਪੇਸ਼ੀਆਂ ਨਾਲ ਕਰਦੇ। ਇੱਥੇ ਕੁਝ ਵੱਖਰਾ ਵਾਪਰਦਾ। ਉਹ ਇਹ ਕਿ ਪਹਿਲੇ ਥੋੜ੍ਹੀ ਮਾਤਰਾ ਦਾ ਕਰੰਟ ਦਿਲ ਦੇ ਬਿਲਕੁਲ ਅਸਰ ਨਾ ਕਰਦਾ, ਮਤਲਬ ਉਹਨੂੰ ਝਟਕਾ ਨਾ ਲੱਗਦਾ। ਫਿਰ ਕਰੰਟ ਵਧਾਉਂਦੇ, ਸਥਿਤੀ ਉਸੇ ਤਰ੍ਹਾਂ ਹੀ ਰਹਿੰਦੀ। ਕਰੰਟ ਵਧਾਉਂਦੇ ਰਹਿੰਦੇ, ਇੱਕ ਖਾਸ ਪੱਧਰ 'ਤੇ ਉਹਨੂੰ ਝਟਕਾ ਲੱਗਦਾ। ਉਹ ਤੋਂ ਬਾਅਦ ਕਰੰਟ ਵਧਾ ਵੀ ਦਿੰਦੇ ਤਾਂ ਝਟਕਾ ਉਸੇ ਪੱਧਰ ਦਾ ਹੀ ਰਹਿੰਦਾ। ਅਸੀਂ ਨਤੀਜਾ ਕੱਢਦੇ ਕਿ ਦਿਲ ਨੂੰ ਜਾਂ ਤਾਂ ਝਟਕਾ ਲੱਗਦਾ ਨਹੀਂ ਅਤੇ ਜਾਂ ਫਿਰ ਇੱਕੋ ਵਾਰੀ ਜਿੰਨਾ ਵੀ ਲੱਗਣਾ ਹੁੰਦਾ ਲੱਗ ਜਾਂਦਾ। ਇਹਨੂੰ ਆਲ ਔਰ ਨਨ ਲਾਅ ਔਰ ਨੌਨ ਲਾਅ ਦਾ ਸਿਧਾਂਤ ਕਿਹਾ ਜਾਂਦਾ ਹੈ। ਮੈਂ ਇਹਨੂੰ ਮਨੁੱਖੀ ਜਜ਼ਬਾਤੀ ਅੰਦਾਜ਼ 'ਚ ਕੁਝ ਇਸ ਤਰ੍ਹਾਂ ਸਮਝਿਆ। ਦਿਲ ਨੂੰ ਅਕਸਰ ਪਿਆਰ, ਮੁਹੱਬਤ ਅਤੇ ਨੇੜਤਾ ਦੇ ਭਾਵ ਵਜੋਂ ਵਰਤਦੇ ਹਾਂ। ਭਾਵ ਕਿ ਦਿਲ ਦਾ ਸੁਭਾਅ ਹੈ ਕਿ ਜਾਂ ਤਾਂ ਇਹ ਕਿਸੇ ਨਾਲ ਪੂਰੇ ਦਮ ਖਮ ਨਾਲ ਮੁਹੱਬਤ ਕਰਦਾ ਜਾਂ ਫਿਰ ਬਿਲਕੁਲ ਨਹੀਂ, ਵਿੱਚ ਵਿਚਕਾਰ ਰਿਸ਼ਤਾ ਨਹੀਂ ਰੱਖਦਾ, ਜਿਵੇਂ ਇਹਦੀਆਂ ਮਾਸਪੇਸ਼ੀਆਂ ਦੇ ਤਜਰਬੇ ਤੋਂ ਜ਼ਾਹਰ ਹੈ। ਮੈਂ ਸਮਝਦਾ ਇਹੀ ਜਜ਼ਬਾਤਾਂ ਨਾਲ ਵੀ ਸੱਚ ਹੈ। ਬਹੁਤਿਆਂ ਦਾ ਤਜਰਬਾ ਇਹੀ ਕਹਿੰਦਾ ਹੈ। ਮੈਂ ਆਪਣੇ ਸੁਭਾਅ ਨੂੰ ਲੈ ਕੇ ਇਸ ਤਜਰਬੇ ਦੀ ਵਿਆਖਿਆ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਅਕਸਰ ਇਹ ਸੁਣਦੇ ਹਾਂ, ਮੂੰਹ ਮੁਲਾਜੇ ਨੂੰ ਹਾਏ ਹੈਲੋ ਕਰਨੀ ਪੈਂਦੀ ਹੈ, ਰੱਖਣੀ ਵੀ ਪੈਂਦੀ ਹੈ। ਮੈਂ ਉੱਤੋਂ ਤਰਜ਼ ਵਾਲੀ ਮਿਲਣ ਗਿਲਣ ਦੀ, ਆਪਣੇ ਆਪਸੀ ਰਿਸ਼ਤੇ ਨੂੰ ਬਣਾਈ ਰੱਖਣ, ਅੱਗੋਂ ਵਿਕਸਿਤ ਕਰਨ ਦੀ ਇਸ ਪ੍ਰਵਿਰਤੀ ਵਿੱਚ ਸਫਲਤਾ ਹਾਸਲ ਨਹੀਂ ਕਰ ਸਕਿਆ। ਜਦੋਂ ਕਦੇ ਅਜਿਹੀ ਸਥਿਤੀ ਬਣੀ ਹੈ, ਰਿਸ਼ਤੇ 'ਚ ਖੁਦ ਬ ਖੁਦ ਦੂਰੀ ਆ ਗਈ ਹੈ। ਭਾਵੇਂ ਕਿ ਸਮਾਜ ਵਿੱਚ ਅਜਿਹਾ ਦੋਗਲਾਪਣ ਬਹੁਤ ਪ੍ਰਚਲਿਤ ਹੈ ਅਤੇ ਕੁਝ ਅਜੋਕੀ ਵਿਵਸਥਾ ਵਿੱਚ ਇਹ ਸਿਖਾ ਵੀ ਰਹੀ ਹੈ। ਚਿਹਰੇ ਬਦਲਣ ਦੀ ਕਲਾ ਇੱਕ ਹੁਨਰ ਮੰਨਿਆ ਜਾਂਦਾ ਹੈ। ਅਜਿਹੀ ਹਾਲਤ ਹੈ ਕਿ ਹੁਣ ਮਾਸਕ ਲਗਾਉਣ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ। ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਵਿਸ਼ਵਾਸ ਇੱਕ ਅਹਿਮ ਕੇਂਦਰੀ ਜਜ਼ਬਾਤ ਹੈ ਜੋ ਮੈਂ ਜਾਣਿਆ। ਇੱਕ ਵਾਰੀ ਅਬੋਹਰ ਕਾਲਜ ਪੜ੍ਹਦਿਆਂ ਮੈਨੂੰ ਇਕੱਲਾ ਵੇਖ ਕੇ ਸਾਡੇ ਕੈਮਿਸਟਰੀ ਦੇ ਪ੍ਰੋਫੈਸਰ ਚੌਹਾਨ ਨੇ ਕਿਹਾ, ਅਰੇ ਕਹਾਂ ਹੈ ਤੇਰਾ ਜੋੜੀਦਾਰ। ਉੱਥੇ ਕਾਲਜ ਵਿੱਚ ਮੇਰਾ ਇੱਕ ਬਚਪਨ ਦਾ ਸਾਥੀ ਸੀ, ਸਕੂਲੀ ਦਿਨਾਂ ਦਾ, ਵਿਜੇ ਗੁਪਤਾ। ਇੱਕੋ ਕਲਾਸ 'ਚ BSc ਤੱਕ ਪੜ੍ਹੇ। ਉਹ BSc ਤੋਂ ਬਾਅਦ GMS ਕਰਨ ਰੋਹਤਕ ਚਲਾ ਗਿਆ ਅਤੇ ਮੈਂ ਪਟਿਆਲੇ ਆ ਗਿਆ। ਉਹ ਹੁਣ ਅਬੋਹਰ ਪ੍ਰੈਕਟਿਸ ਕਰਦਾ ਹੈ ਅਤੇ ਅਬੋਹਰ ਮੇਰਾ ਜਨਮ ਸਥਾਨ ਹੈ ਅਤੇ ਅੱਜ ਦੇ ਸਮੇਂ 'ਚ ਮੇਰੇ 2 ਭਰਾ, ਭਤੀਜੇ, ਭਾਣਜੇ ਉੱਥੇ ਰਹਿੰਦੇ ਹੈ। ਪਰ ਕਿਸੇ ਵੀ ਕੰਮ ਲਈ ਅਬੋਹਰ ਜਾਣਾ ਹੋਵੇ ਤਾਂ ਇਹਨਾਂ ਸਭ ਨੂੰ ਮਿਲ ਕੇ ਰਾਤੀ ਮੈਂ ਵਿਜੇ ਕੋਲ ਹੀ ਰਹਿੰਦਾ, ਜਦੋਂ ਉਹ ਆਪਣੇ ਕੰਮ ਤੋਂ ਵੀ ਫਾਰਗ ਹੋ ਗਿਆ ਹੁੰਦਾ ਹੈ। ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ 'ਚ ਜੋੜੀਦਾਰਾਂ ਦੀ ਇੱਕ ਲੰਮੀ ਸੂਚੀ ਬਣਾ ਸਕਦਾ, ਜਿਨ੍ਹਾਂ ਨੂੰ ਲੈ ਕੇ ਲੋਕ ਮੇਰਾ ਨਾਂ ਜੋੜਦੇ ਰਹੇ ਹੈ। ਮੈਡੀਕਲ ਕਾਲਜ 'ਚ ਵਿਮਲ ਸੀਕਰੀ ਉਸੇ ਦੌਰਾਨ ਅਤੇ MD ਵੇਲੇ ਦਵਿੰਦਰ ਬਿਮਰਾ, ਅੰਮ੍ਰਿਤਸਰ 'ਚ ਆ ਕੇ ਤਲਵਿੰਦਰ, ਮਿੰਨੀ ਕਹਾਣੀ ਮੰਚ ਨਾਲ ਜੁੜ ਕੇ ਹਰਭਜਨ ਖੇਮ ਕਰਨੀ, ਸਾਹਿਤਕ ਗਤੀਵਿਧੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜ ਕੇ ਡਾਕਟਰ ਅਨੂਪ ਸਿੰਘ, ਮੇਰੇ ਕਾਲਜ ਦੇ ਅੰਦਰ ਨੌਕਰੀ ਦੌਰਾਨ ਸੁਰਿੰਦਰ ਭਾਰਤੀ, ਮਿੰਨੀ ਤ੍ਰੈਮਾਸਕ ਨੂੰ ਲੈ ਕੇ ਸ਼ਾਮ ਸੁੰਦਰ ਅਗਰਵਾਲ। ਮੇਰੇ ਸਾਰੇ ਦੋਸਤ ਮੇਰੇ ਪਰਿਵਾਰਕ ਦੋਸਤ ਹਨ। ਮੇਰੀ ਮਾਂ ਨੂੰ ਵੀ ਪਤਾ ਹੁੰਦਾ ਸੀ ਜਦੋਂ ਜਿੰਦਾ ਸੀ। ਹੁਣ ਊਸ਼ਾ ਨੂੰ ਅਤੇ ਮੇਰੀ ਬੇਟੀ, ਬੇਟੇ, ਦਾਮਾਦ ਨੂੰ ਵੀ ਇਹਨਾਂ ਸਭਨਾਂ ਦਾ ਪਤਾ ਹੈ। ਪਰਿਵਾਰਕ ਸਾਂਝ ਵੀ ਬੜੀ ਨਿੱਘ ਵਾਲੀ ਹੈ। ਖੇਮ ਕਰਨੀ ਸਾਹਿਬ ਮੇਰੇ ਬਹੁਤ ਪੁਰਾਣੇ ਮਿੱਤਰ ਹੈ, ਵਿਆਹ ਤੋਂ ਪਹਿਲਾਂ ਦੇ। ਕਾਫੀ ਲੰਮੇ ਸਮੇਂ ਬਾਅਦ ਅੰਮ੍ਰਿਤਸਰ ਇਕੱਠੇ ਹੋਏ। ਉਹਨਾਂ ਦੀਆਂ 2 ਧੀਆਂ ਅਤੇ ਇੱਕ ਪੁੱਤ ਹੈ। ਉਹਨਾਂ ਦੀਆਂ ਕੁੜੀਆਂ ਊਸ਼ਾ ਨੂੰ ਦੀਦੀ ਕਹਿੰਦੀਆਂ ਅਤੇ ਮੈਨੂੰ ਅੰਕਲ। ਸੁਰਿੰਦਰ ਸ਼ਰਮਾ ਨਾਲ ਸਾਂਝ ਦਾ ਪੁੱਲ ਸਾਹਿਤ ਅਤੇ ਕਿਤਾਬਾਂ ਹਨ। ਉਹਨਾਂ ਨਾਲ ਵੀ ਸਾਂਝ ਪਟਿਆਲਾ ਰਹਿੰਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਜੀਵਨ ਤੋਂ ਹੈ। ਉਹ ਜਦੋਂ ਵੀ ਮਿਲਦੇ ਹੈ, ਊਸ਼ਾ ਨੂੰ ਹਮੇਸ਼ਾ ਕੁਝ ਦੇ ਕੇ ਤੋਰਦੇ ਹੈ। ਕੁੜੀਆਂ ਨੂੰ ਖਾਲੀ ਹੱਥ ਵਿਦਾ ਨਹੀਂ ਕਰੀਦਾ, ਉਹਨਾਂ ਦਾ ਭਾਵ ਹੁੰਦਾ ਹੈ। ਅਤੇ ਫਿਰ ਉਹਨਾਂ ਜ਼ਰੀਏ ਇੱਕ ਬੜੀ ਅਹਿਮ ਕੜੀ ਬਣੀ ਪ੍ਰਸਿੱਧ ਲੇਖਕ ਬੰਬਈ ਤੋਂ ਸੁਖਬੀਰ ਜੀ। ਅੰਮ੍ਰਿਤਸਰ ਦੇ ਸ਼ੁਰੂਆਤੀ ਦਿਨਾਂ 'ਚ ਭਾਰਤ ਗਿਆਨ ਸੰਮਤੀ ਕਰਕੇ ਜੁੜੇ ਪਰਸ਼ੋਤਮ ਲਾਲ ਭਾਵੇਂ ਮੇਰੇ ਤੋਂ ਉਮਰ 'ਚ ਕੁਝ ਵੱਡੇ ਹੀ ਹੈ, ਪਰ ਆਪਣੇ ਬੇਟੇ ਦੇ ਵਿਆਹ 'ਚ ਤਾਏ ਦੀ ਮਿਲਣੀ ਕਰਵਾਈ ਅਤੇ ਮੈਨੂੰ ਬਾਕੀ ਭਾਵੇਂ ਡਾਕਟਰ ਸਾਹਿਬ ਕਹਿੰਦੇ ਸੀ, ਉਹ ਭਾਈ ਸਾਹਿਬ ਹੀ ਬੁਲਾਉਂਦੇ। ਸੁਰਿੰਦਰ ਭਾਰਤੀ ਨਾਲ ਮੁਲਾਕਾਤ ਦੀ ਗਾਥਾ ਅਜੀਬ ਹੈ। ਉਹਦਾ ਵਿਭਾਗ ਅਲੱਗ ਹੈ, ਪਰ ਪੂਰੇ ਮੈਡੀਕਲ ਕਾਲਜ ਦੇ ਕੁੱਲ ਸਟਾਫ 'ਚੋਂ ਇੱਕ ਉਹੀ ਡਾਕਟਰ ਹੈ ਜਿਸ ਨਾਲ ਮੈਂ ਤੂੰ ਨਾਲ ਸੰਬੰਧਿਤ ਹੁੰਦਾ। ਕਿਸੇ ਵਕਤ ਸਾਰੇ ਘਰੇ ਬੈਠੇ ਹੋਣ ਅਤੇ ਫੋਨ ਆ ਜਾਏ ਅਤੇ ਮੈਂ ਜਦੋਂ ਫੋਨ ਚੁੱਕ ਕੇ ਬੋਲਾਂ, ਹੋਰ ਭਰਾ ਕੀ ਹਾਲ ਹੈ, ਅਤੇ ਸਭ ਨੂੰ ਪਤਾ ਚੱਲ ਜਾਂਦਾ ਹੈ ਇਹ ਸੁਰਿੰਦਰ ਦਾ ਫੋਨ ਹੈ। ਡਾਕਟਰ ਵਿਮਲ ਸੀਕਰੀ ਨਾਲ ਮੇਰੀ ਸਾਂਝ ਦਾ ਕਿੱਸਾ ਮੈਡੀਕਲ ਕਾਲਜ ਤੋਂ ਪਹਿਲਾਂ ਦਾ ਹੈ। ਅਸੀਂ ਪੈਨ ਫਰੈਂਡ ਰਹੇ ਹਾਂ।
ਮੈਨੂੰ ਇਸ ਤਰ੍ਹਾਂ ਦਾ ਸ਼ੌਕ ਸੀ। ਕਾਲਜ ਦੇ ਦਿਨਾਂ 'ਚ ਮੈਂ ਜਦ ਕਦੰਬਨੀ ਮੈਗਜ਼ੀਨ 'ਚ ਪੈਨ ਫਰੈਂਡ ਦੇ ਕਾਲਮ ਤੋਂ ਆਪਣੇ ਸੁਭਾਅ, ਉਮਰ ਅਤੇ ਕਲਾਸ ਮੁਤਾਬਕ ਕਿਸੇ ਨਾ ਕਿਸੇ ਨੂੰ ਚਿੱਠੀ ਲਿਖ ਦਿੰਦਾ। BSc ਪਾਰਟ 1 ਵਿੱਚੋਂ ਮੈਂ ਯੂਨੀਵਰਸਿਟੀ 'ਚੋਂ ਸੈਕਿੰਡ ਆਇਆ ਅਤੇ ਵਿਮਲ ਫਸਟ। ਮੈਂ ਕਾਲਜ ਦੇ ਪਤੇ 'ਤੇ ਵਿਮਲ ਨੂੰ ਚਿੱਠੀ ਲਿਖੀ। ਸੋਚਿਆ ਦੋਹੇ BSc ਤੋਂ ਬਾਅਦ ਪਟਿਆਲੇ ਮੈਡੀਕਲ ਕਾਲਜ ਮਿਲ ਲਵਾਂਗੇ। ਮਿਲੇ, ਪਰ ਵਿਮਲ ਨੂੰ ਡੈਂਟਲ ਕਾਲਜ 'ਚ ਦਾਖਲਾ ਮਿਲਿਆ, ਮੈਨੂੰ ਮੈਡੀਕਲ 'ਚ। ਸਬੱਬੀ ਪਟਿਆਲੇ ਪਹਿਲੇ ਸਾਲ ਦੀਆਂ ਜਮਾਤਾਂ ਇਕੱਠੀਆਂ ਲੱਗਦੀਆਂ, ਪਰ ਹੋਸਟਲ ਸਾਂਝਾ ਸੀ। ਕੋਰਸ ਤੋਂ ਬਾਅਦ ਕਾਫੀ ਲੰਮਾ ਸਮਾਂ ਅੱਡ-ਅੱਡ ਥਾਵਾਂ 'ਤੇ ਨੌਕਰੀ ਕੀਤੀ, ਪਰ ਹੁਣ ਪਿਛਲੇ 20 ਸਾਲ ਤੋਂ ਅੰਮ੍ਰਿਤਸਰ ਹੀ ਇਕੱਠੇ ਹਾਂ। ਦੋਹੇ ਹੀ ਇੱਥੇ ਵਸ ਗਏ ਹਾਂ। ਇੱਕ ਖਾਸੀਅਤ ਸਾਡੇ ਰਿਸ਼ਤੇ ਦੀ ਇਹ ਹੈ ਕਿ ਮਿਲੀਏ ਨਾ ਮਿਲੀਏ, ਫੋਨ 'ਤੇ ਗੱਲ ਹੋਵੇ ਨਾ ਹੋਵੇ, ਪਰ ਸਾਲ 'ਚ 2 ਵਾਰੀ ਉਹਦੇ ਅਤੇ ਮੇਰੇ ਜਨਮ ਦਿਨ 'ਤੇ ਮਿਲਣਾ ਹੀ ਮਿਲਣਾ, ਬਿਨਾਂ ਨਾਗਾ। ਫੇਸਬੁੱਕ ਤਾਂ ਅੱਜ ਸਭ ਨੂੰ ਯਾਦ ਕਰਵਾ ਦਿੰਦੀ ਹੈ, ਉਹ ਵੱਖਰੀ ਗੱਲ ਹੈ, ਅਤੇ ਜ਼ਿਆਦਾਤਰ ਭਾਵਹੀਨ। ਮੈਡੀਕਲ ਕਾਲਜ ਦਾ ਇੱਕ ਹੋਰ ਮਿੱਤਰ, ਜਿਹਦਾ ਘਰ ਪਟਿਆਲੇ ਤੋਂ ਕੋਈ 40 ਕੁ ਕਿਲੋਮੀਟਰ ਬਸੀ ਪਠਾਣਾ ਸੀ, ਕਦੇ ਕਦੇ ਸ਼ਨੀ ਐਤ ਉਸ ਨਾਲ ਚਲੇ ਜਾਣਾ। ਮੈਡੀਕਲ ਕਾਲਜ 'ਚ ਜਿਨ੍ਹਾਂ ਦੋਸਤਾਂ ਦੇ ਘਰੇ ਜਾ ਕੇ ਮਾਵਾਂ ਦੇ ਹੱਥ ਦੇ ਪਰੌਂਠੇ ਖਾਧੇ ਹੈ, ਉਸ 'ਚ ਪ੍ਰੇਮ ਖੋਸਲਾ, ਵਿਮਲ ਸੀਕਰੀ, ਵਿਜੇ ਜਿੰਦਲ ਹਨ। ਇਹਨਾਂ ਪਰਿਵਾਰਾਂ ਨਾਲ ਮੈਂ ਅੱਜ ਵੀ ਉਸੇ ਸ਼ਿੱਦਤ ਨਾਲ ਜੁੜਿਆ। ਹੁਣ ਇਹਨਾਂ ਦੋਸਤਾਂ ਦੇ ਬੱਚਿਆਂ ਨਾਲ ਬੈਠਣ ਦਾ ਸਬੱਬ ਬਣਿਆ। ਵਿਜੇ ਜਿੰਦਲ ਨਾਲ ਇੱਕ ਅਜੀਬ ਜਿਹਾ ਵਾਕਿਆ ਸਾਂਝਾ ਕਰਦਾ, ਜੋ ਕਿ ਵੱਖਰੀ ਤਰ੍ਹਾਂ ਦੀ ਸਾਂਝ ਦਰਸਾਉਂਦਾ ਹੈ। ਜਦੋਂ MBBS ਤੋਂ ਬਾਅਦ ਸਾਡੇ ਸਾਰੇ ਬੈਚ ਨੂੰ ਨੌਕਰੀ ਦੀਆਂ ਚਿੱਠੀਆਂ ਆਈਆਂ ਤਾਂ ਮੈਡੀਕਲ ਕਰਵਾਉਣ ਦੀ ਤਾਰੀਖ 'ਤੇ ਸਾਰੇ ਮੈਡੀਕਲ ਕਾਲਜ ਪਟਿਆਲੇ ਆਏ। ਮੇਰੇ ਮਨ 'ਚ ਧੁੜਕੂ ਸੀ ਕਿ ਮੈਨੂੰ ਤਾਂ ਸ਼ੂਗਰ ਦੀ ਸਮੱਸਿਆ ਹੈ, ਪਿਸ਼ਾਬ ਟੈਸਟ ਵਿੱਚ ਇਹ ਆਉਣੀ ਹੈ, ਅਤੇ ਕਿਤੇ ਦਿੱਕਤ ਹੀ ਨਾ ਆ ਜਾਏ ਅਤੇ ਮੇਰੀ ਨੌਕਰੀ ਨਾ ਚਲੀ ਜਾਏ ਅਤੇ ਅਸੀਂ ਸਾਰੇ ਆਪਣੇ ਹੱਥ 'ਚ ਟੈਸਟ ਟਿਊਬਾਂ ਲੈ ਬਾਥਰੂਮ 'ਚ ਪਿਸ਼ਾਬ ਦਾ ਸੈਂਪਲ ਲੈਣ ਜਾ ਵੜੇ। ਮੇਰੇ ਬਿਲਕੁਲ ਹੀ ਨਾਲ ਵਿਜੇ ਜਿੰਦਲ ਖੜ੍ਹਾ ਸੀ। ਮੇਰੇ ਮਨ 'ਚ ਇੱਕ ਖਿਆਲ ਆਇਆ ਅਤੇ ਮੈਂ ਕਿਹਾ, ਮੇਰੀ ਟੈਸਟ ਟਿਊਬ 'ਚ ਵੀ ਆਪਣਾ ਹੀ ਪਿਸ਼ਾਬ ਪਾ ਦੇ। ਇਸ ਤਰ੍ਹਾਂ ਉਹ ਸੈਂਪਲ ਜਮ੍ਹਾਂ ਕਰਵਾਇਆ ਅਤੇ ਮੈਡੀਕਲ ਦੀ ਰਿਪੋਰਟ ਲੈ ਆਪਣੀ ਨੌਕਰੀ ਲਈ ਜਾ ਪਹੁੰਚੇ। ਸ਼ੂਗਰ ਦਾ ਡਰ ਸੀ, ਡਾਕਟਰੀ ਮਹਿਕਮੇ, ਸਰਕਾਰੀ ਨਿਯਮਾਂ ਦਾ ਡਰ ਸੀ, ਪਤਾ ਨਹੀਂ ਸੀ, ਪਰ ਜਿਵੇਂ ਕਿਵੇਂ ਵੀ ਨੌਕਰੀ 'ਚ ਆਇਆ। ਹੁਣ ਰਿਟਾਇਰ ਵੀ ਹੋ ਗਿਆ ਅਤੇ ਰੀਐਮਪਲਾਇਡ ਹੋ ਕੇ ਵੀ ਹੋਰ 5 ਸਾਲ ਲੰਘਾ ਰਹੇ ਆ। ਇਹ ਮੇਰੇ 10 ਕੁ ਜੋੜੀਦਾਰ ਹਨ। ਇਹ ਸਾਰੇ ਮੇਰੇ ਸਮਕਾਲੀ ਹਨ। 2-3 ਭਾਵੇਂ ਉਮਰੋਂ ਵੱਡੇ ਹੈ। ਇੱਥੇ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਵੀ ਹੈ ਜੋ ਮੈਨੂੰ ਤਾਂ ਮੇਰੇ ਪੱਕੇ ਮਿਲੇ ਸੰਬੋਧਨ ਡਾਕਟਰ ਸਾਹਿਬ ਹੀ ਕਹਿੰਦਾ ਹੈ, ਪਰ ਜਦੋਂ ਊਸ਼ਾ ਨੂੰ ਆਂਟੀ ਕਹਿੰਦਾ ਬੱਚਿਆਂ ਵਰਗਾ ਲੱਗਦਾ ਹੈ ਵੀ। ਉਹ ਹੈ ਜਗਦੀਸ਼ ਰਾਏ ਕੁਲਰੀਆਂ। ਸਾਂਝ ਭਾਵੇਂ ਮਿੰਨੀ ਕਹਾਣੀ ਲੇਖਨ, ਮਿੰਨੀ ਤ੍ਰੈਮਾਸਿਕ ਪਰਿਵਾਰ ਨਾਲ ਜੁੜਨ ਵਾਲੀ ਹੈ, ਪਰ ਇਹ ਵੀ ਹੁਣ ਉਹਦੇ ਘਰ ਤੱਕ ਹੈ। ਉਹਦੇ ਪਿਤਾ, ਮਾਤਾ, ਪਤਨੀ, ਬੱਚੇ ਸਾਰੇ। ਨਾਲੇ ਉਹ ਹੈ ਵੀ ਊਸ਼ਾ ਦੇ ਪਿੰਡ ਬੁੱਢਲਾਡੇ ਤੋਂ 15 ਕੁ ਕਿਲੋਮੀਟਰ ਦੂਰ, ਬਰੇਟਾ ਤੋਂ। ਗੱਲ ਤਾਂ ਚੱਲ ਰਹੀ ਸੀ ਮਨੁੱਖੀ ਸਰੀਰ ਦੇ ਅੰਗ ਦਿਲ ਦੀ। ਦਿਲ ਦੀ ਕਾਵਿਕ ਸ਼ੈਲੀ 'ਚ ਦਿਲ ਦਾ ਆ ਜਾਣਾ, ਦਿਲ ਨਾਲ ਜੁੜਨਾ, ਪੂਰੇ ਦਾ ਪੂਰਾ। ਉੱਥੇ ਇਹ ਹੈ ਵੀ ਜਿੱਥੇ ਇਹ ਸਾਂਝ ਮਨੁੱਖੀ ਹੈ, ਪਰ ਸਮਾਜਿਕ ਬਣਤਰ ਇਸ ਤਰ੍ਹਾਂ ਦੀ ਸਿਖਲਾਈ ਦਿੰਦੀ ਹੈ ਕਿ ਤਰੇੜ ਪੈਣ ਲੱਗਦੀ ਹੈ। ਦੂਰੀ ਬਣਾਉਣ ਦੀ ਹਮਾਇਤ ਹੁੰਦੀ ਹੈ। ਇਸ ਤਰ੍ਹਾਂ ਦੇ ਬਣਾਏ ਜਾ ਰਹੇ ਮਾਹੌਲ ਵਿੱਚ ਦਿਲ ਦੀ ਇਹ ਗੱਲ ਪਛਾਣਨਾ ਸਿੱਖ ਜਾਂਦਾ ਹੈ ਕਿਵੇਂ ਜੁੜਨਾ ਹੈ। ਇਹ ਜਾਤ ਧਰਮ ਦੇ ਆਧਾਰ ਨੂੰ ਨਕਾਰ ਵੀ ਦਿੰਦਾ ਹੈ, ਰਿਸ਼ਤੇ ਨੂੰ ਨਕਾਰਾ ਕਰਨਾ ਵੀ ਆਉਂਦਾ ਹੈ। ਸਵਾਲ ਹੈ ਕਿ ਮਿਲ ਕੇ, ਰਲ ਬੈਠ ਕੇ ਜੋ ਖੁਸ਼ੀ ਅਤੇ ਸੰਤੁਸ਼ਟੀ ਮਿਲਣੀ ਚਾਹੀਦੀ ਹੈ, ਉਹ ਮਿਲ ਰਹੀ ਹੈ। ਕਿਤੇ ਕੋਈ ਖਲਲ ਤਾਂ ਨਹੀਂ ਪਾ ਰਿਹਾ। ਦਿਲ ਜੋੜਨ ਦੀ ਮਜਬੂਰੀ ਵੀ ਕੋਈ ਵਿਸ਼ਾ ਨਹੀਂ ਹੈ। ਆਪਾਂ ਕਹਿੰਦੇ ਹਾਂ ਜੇ ਦਿਲ ਨਹੀਂ ਮਿਲਦਾ ਤਾਂ ਰਹਿਣ ਦਿਓ। ਇਹ ਵੀ ਆਪਾਂ ਕਹਿੰਦੇ ਹਾਂ ਕਿ ਲੋਕਾਂ ਦੇ ਆਪਣੇ ਆਪਣੇ ਦਾਇਰੇ ਹੁੰਦੇ ਹੈ। ਸਮਾਜਿਕ ਰੰਗਤ ਵਾਲੇ ਦਾਇਰਿਆਂ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਲੰਮੇਰੀ ਉਮਰ ਵਾਲੇ ਦਾਇਰੇ ਉਹੀ ਹੁੰਦੇ ਹੈ ਜਿੱਥੇ ਵਿਚਾਰਾਂ ਦੀ ਸਾਂਝ ਹੁੰਦੀ ਹੈ। ਆਪਸੀ ਭਰੋਸੇ ਦੀ ਤੰਦ ਇਸ ਮੇਲ ਮਿਲਾਪ ਦੀ ਸਦੀਵੀ ਹੋਣ ਲਈ, ਇਹਦੀ ਸਜੀਵਤਾ ਬਣੇ ਰਹਿਣ ਲਈ ਜ਼ਰੂਰੀ ਹੈ। ਮੈਂ ਬੈਲ ਮਾਰ ਕੇ ਪਾਣੀ ਮੰਗਵਾਉਂਦਾ। ਸਾਡਾ ਕਰਮਚਾਰੀ ਪ੍ਰੇਮ ਪਾਣੀ ਲੈ ਆਉਂਦਾ ਹੈ, ਚਾਹ ਬਾਰੇ ਪੁੱਛਦਾ ਹੈ। ਮੈਂ ਉਹਨੂੰ 10 ਮਿੰਟ ਰੁਕਣ ਲਈ ਕਹਿੰਦਾ, ਕਿਉਂ ਜੋ ਖੇਮਕਰਨੀ ਸਾਹਿਬ ਆਉਣ ਵਾਲੇ ਨੇ। ਸੋਚਦਾ ਉਦੋਂ ਹੀ ਇਕੱਠੇ ਪੀ ਲਾਂਗੇ। ਉਹ ਵਾਪਸ ਮੁੜਦਾ ਹੈ। ਮੇਰੇ ਆਫਿਸ ਦਾ ਦਰਵਾਜ਼ਾ ਖੋਲ੍ਹ ਖੇਮਕਰਨੀ ਸਾਹਿਬ ਦਾਖਲ ਹੁੰਦੇ ਆ, ਬਿਨਾਂ ਕਿਸੇ ਸਟਿੱਕ ਤੋਂ, ਹੌਲੀ ਹੌਲੀ ਆਪਣੇ ਗੋਡਿਆਂ ਦੇ ਦਰਦ ਨਾਲ ਚੱਲਦੇ ਹੋਏ। ਹੋਰ ਕੀ ਹਾਲ ਹੈ, ਮੈਂ ਪੁੱਛਦਾ, ਅਤੇ ਬਸ ਠੀਕ ਹੈ ਜਵਾਬ ਦਿੰਦੇ ਆ ਅਤੇ ਬੈਠ ਜਾਂਦੇ ਆ। ਖੇਮਕਰਨੀ ਸਾਹਿਬ ਨੂੰ ਗੋਡਿਆਂ ਦੀ ਸਮੱਸਿਆ 10 ਕੁ ਸਾਲਾਂ ਤੋਂ ਹੈ। ਗੋਡੇ ਬਦਲਣ ਦੀ ਹਾਲਤ ਵਰਗੀ ਹੋ ਗਈ ਹੈ, ਪਰ ਉਸੇ ਤਰ੍ਹਾਂ ਹੀ ਤੁਰਦੇ ਫਿਰਦੇ ਆ। ਕਦੇ ਕਦਾਈ ਦਰਦ ਦੀ ਗੋਲੀ ਖਾ ਛੱਡਦੇ ਆ ਜਾਂ ਕੋਈ ਤੇਲ ਵਗੈਰਾ ਲਗਾ ਲੈਂਦੇ ਆ, ਪਰ ਸਰਗਰਮੀ ਪੱਖੋਂ ਸ਼ਹਿਰ ਦਾ ਕੋਈ ਵੀ ਸਾਹਿਤਕ ਸਮਾਗਮ ਹੋਵੇ, ਉੱਥੇ ਹਾਜ਼ਰ ਮਿਲਣਗੇ। ਮਿੰਨੀ ਤ੍ਰੈਮਾਸਿਕ ਨਾਲ ਜੁੜਿਆ ਸਮਾਗਮ ਪੰਜਾਬ ਦੇ ਕਿਸੇ ਕੋਨੇ ਵਿੱਚ ਹੋਵੇ, ਕੋਈ ਬਹਾਨਾ ਨਹੀਂ, ਕੋਈ ਨਾ ਨੁੱਕਰ ਨਹੀਂ। ਦਰਦ ਭਾਵੇਂ ਕਈ ਵਾਰ ਚਿਹਰੇ ਤੋਂ ਨਜ਼ਰ ਆਉਂਦਾ ਹੈ, ਪਰ ਦਿਲ 'ਤੇ ਭਾਰੂ ਨਹੀਂ ਪੈਣ ਦਿੰਦੇ।
ਮੈਂ ਉਹਨਾਂ ਦੀ ਇਸ ਸਰਗਰਮੀ ਤੇ ਉਹ ਵੀ 80 ਸਾਲ ਦੀ ਉਮਰ 'ਚ ਕਈ ਵਾਰ ਪ੍ਰੇਰਿਆ ਗਿਆ। ਪ੍ਰੇਰਨਾ ਉਸੇ ਤੋਂ ਮਿਲਦੀ ਹੈ ਜੋ ਆਪਣੀਆਂ ਹੱਦਾਂ ਨੂੰ ਤੋੜਨ ਬਾਰੇ ਸੋਚੇ ਤੇ ਕਾਮਯਾਬੀ ਵੀ ਹਾਸਲ ਕਰੇ। ਇਹ ਉਹੀ ਕਰ ਸਕਦਾ ਜਿਹਨੂੰ ਪਤਾ ਹੋਵੇ ਕਿ ਇਹ ਹੱਦ ਨਿਰਧਾਰਿਤ ਕਰਨ ਵਾਲਾ ਸਾਡਾ ਸਮਾਜ ਹੈ, ਜੋ ਕਿਸੇ ਤੋਂ ਪੁੱਛਦਾ ਨਹੀਂ। ਫਿਰ ਵੀ ਹਿੰਮਤ ਚਾਹੀਦੀ ਹੁੰਦੀ ਹੈ ਕਿ ਮੈਂ ਹੱਦਾਂ ਬਣਾਉਣ ਨਿਰਧਾਰਿਤ ਕਰਨ ਦਾ ਹਿੱਸੇਦਾਰ ਨਹੀਂ ਹਾਂ, ਤੇ ਫਿਰ ਆਪਣੀ ਹੱਦ ਤੈਅ ਕਰਦਾ ਹੈ। ਖੇਮਕਰਨੀ ਸਾਹਿਬ ਦੇ ਬੈਠਦਿਆਂ ਹੀ ਪ੍ਰੇਮ ਪਾਣੀ ਰੱਖ ਗਿਆ ਤੇ ਮੇਰੇ ਤੋਂ ਪੁੱਛਦਾ, ਬਣਾਵਾਂ ਚਾਹ? ਹਾਂ, ਹੁਣ ਬਣਾ ਲੈ। ਦੋਏ ਫਿੱਕੇ? ਪ੍ਰੇਮ ਪੁੱਛਦਾ। ਨਹੀਂ, ਇੱਕ ਮਿੱਠਾ। ਖੇਮਕਰਨੀ ਸਾਹਿਬ ਮਿੱਠੀ ਲੈਣਗੇ। ਨਹੀਂ ਨਹੀਂ ਡਾਕਟਰ ਸਾਹਿਬ। ਤੇ ਫਿਰ ਪ੍ਰੇਮ ਵੱਲ ਮੂੰਹ ਕਰਕੇ ਕਹਿੰਦੇ, ਦੋਏ ਫਿੱਕੇ ਬਣਾ। ਇਹ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਾਂ, ਉਹ ਕੁਝ ਕੁ ਪਰਚੀਆਂ ਮੇਰੇ ਵੱਲ ਕਰਦੇ ਆ। ਦੇਖੋ ਇਹਨਾਂ ਪਰਚੀਆਂ ਨੂੰ। ਮੈਂ ਦੇਖ ਕੇ ਕਹਿੰਦਾ, ਠੀਕ ਹੈ ਸਭ? ਤੁਸੀਂ ਦਿਖਾਏ ਹੋ ਨਾ? ਦਿਖਾ ਤਾਂ ਆਇਆ। ਡਾਕਟਰ ਸਾਹਿਬ ਵੀ ਕਹਿੰਦੇ ਠੀਕ ਹੈ, ਪਰ ਤੁਸੀਂ ਸ਼ੂਗਰ ਦੇਖੋ। ਠੀਕ ਹੈ, ਉਹ ਵੀ ਇੰਜ ਕਹਿ ਲਓ ਬਾਰਡਰ ਲਾਈਨ ਹੈ। ਮੈਂ ਜਵਾਬ ਦਿੰਦਾ, ਅੱਜ ਕੱਲ੍ਹ ਟੈਸਟਾਂ ਨਾਲ ਇੱਕ ਰੇਂਜ ਵੀ ਲਿਖੀ ਹੁੰਦੀ ਹੈ ਤੇ ਮਰੀਜ਼ ਖੁਦ ਹੀ ਉਸ ਮੁਤਾਬਕ ਰਾਏ ਬਣਾ ਲੈਂਦਾ। ਉਹੀ ਮੈਨੂੰ ਡਾਕਟਰ ਨੇ ਵੀ ਕਿਹਾ। ਹੁਣ ਤੁਸੀਂ ਦੱਸੋ, ਕੋਈ ਪਰਹੇਜ਼ ਕਰਨ ਦੀ ਲੋੜ ਹੈ? ਐਵੇਂ ਬੈਠੇ ਬੈਠੇ ਇਹ ਪੰਗਾ ਪੈ ਗਿਆ। ਖੇਮਕਰਨੀ ਸਾਹਿਬ ਦੇ ਚਿਹਰੇ ਤੇ ਬੋਲਾਂ 'ਚ ਕੁਝ ਚਿੰਤਾ ਝਲਕਦੀ ਹੈ। ਖੇਮਕਰਨੀ ਸਾਹਿਬ ਨੂੰ ਮੇਰੀ ਸ਼ੂਗਰ ਬਾਰੇ 1979 ਤੋਂ ਪਤਾ ਹੈ, ਤੇ ਜਦੋਂ ਮੈਂ ਬਠਿੰਡੇ ਇੰਟਰਨਸ਼ਿਪ ਕਰਦਾ ਸੀ ਤੇ ਉਹ ਇਸ ਉਮਰ ਤੇ ਬਾਰਡਰ ਲਾਈਨ ਸ਼ੂਗਰ ਨੂੰ ਪੰਗਾ ਕਹਿ ਰਹੇ। ਪੰਗਾ ਹੈ ਵੀ। ਬਿਮਾਰੀ ਹੁੰਦੀ ਚਿੰਤਾ ਦਾ ਸਬੱਬ ਹੈ, ਖਾਸ ਕਰ ਸ਼ੂਗਰ, ਜਿਹਦਾ ਇੱਕ ਵੱਡਾ ਰਿਸ਼ਤਾ ਮਿੱਠੇ ਨਾਲ ਤਾਂ ਹੈ। ਹੋਰ ਵੀ ਕਈ ਕੁਝ ਨਾ ਖਾਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ। ਬਜ਼ੁਰਗਾਂ 'ਚ ਪੰਗਾ ਹੋਰ ਵੱਧ ਜਾਂਦਾ ਜਦੋਂ ਪਹਿਲਾਂ ਹੀ ਅਜਿਹੇ ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਅਣਦੇਖੀ ਹੁੰਦੀ ਹੈ। ਭਾਵੇਂ ਖੇਮਕਰਨੀ ਸਾਹਿਬ ਇਸ ਪੱਖੋਂ ਸੁਭਾਗੇ ਹੈ। ਮੈਂ ਆਪਣੀ ਗੱਲ ਕਹਿਣਾ, ਖੇਮਕਰਨੀ ਸਾਹਿਬ ਇਸ ਉਮਰ ਦੇ ਬਾਰਡਰ ਲਾਈਨ ਕੋਈ ਖਾਸ ਗੱਲ ਨਹੀਂ। ਤੁਸੀਂ 80 ਦੇ ਹੋ ਜਾਂ 35 ਦਾ ਹੈ, ਦੋਹਾਂ ਦੇ ਸਰੀਰ 'ਚ ਫਰਕ ਤਾਂ ਹੈ ਨਾ। ਤੇ ਟੈਸਟ ਇਸ ਗੱਲ ਨੂੰ ਨਹੀਂ ਦੇਖਦਾ ਤੇ ਨਾ ਹੀ ਡਾਕਟਰ ਦੱਸਦੇ ਹੈ। ਇਸੇ ਲਈ ਤਾਂ ਤੁਹਾਡੇ ਨਾਲ ਗੱਲ ਕੀਤੀ ਹੈ। ਚਲੋ ਤੁਸੀਂ ਦਿਓ ਰਾਏ ਕਿ ਹੁਣ ਕੀ ਕੋਈ ਅਹਿਤਿਆਤ ਵਰਤਣ ਦੀ ਲੋੜ ਹੈ। ਪ੍ਰੇਮ ਚਾਹ ਰੱਖ ਜਾਂਦਾ ਹੈ। ਖੇਮਕਰਨੀ ਚਾਹ ਦਾ ਕੱਪ ਫੜਦੇ ਕਹਿੰਦੇ ਹੈ, ਮਿੱਠਾ ਤਾਂ ਡਾਕਟਰ ਸਾਹਿਬ ਮੈਂ ਵੈਸੇ ਹੀ ਬਹੁਤ ਘੱਟ ਕਰਤਾ। ਦਿਨ 'ਚ ਇੱਕ ਅੱਧਾ ਕੱਪ ਹੀ ਮਿੱਠਾ ਪੀਦਾ। ਮਠਿਆਈ ਵੀ ਬੰਦ, ਬਸ ਉਦੋਂ ਕਦੇ ਜੇ ਕੋਈ ਬਹੁਤਾ ਜ਼ੋਰ ਪਾਵੇ। ਖੇਮਕਰਨੀ ਸਾਹਿਬ ਮਿੱਠੇ ਦੇ ਸ਼ੌਕੀਨ ਰਹੇ ਹੈ। ਉਂਝ ਖੇਮਕਰਨੀ ਸਾਹਿਬ ਨੇ ਪਿਛਲੇ 4-5 ਸਾਲਾਂ ਤੋਂ ਹੀ ਸਾਈਕਲ ਚਲਾਉਣੀ ਛੱਡੀ ਹੈ। ਨਹੀਂ ਤਾਂ ਆਪਣੇ ਘਰ ਤੋਂ ਮੇਰੇ ਘਰ ਤੱਕ ਤਕਰੀਬਨ 6-7 ਕਿਲੋਮੀਟਰ ਸਾਈਕਲ 'ਤੇ ਹੀ ਆਉਂਦੇ ਮਿਲਣ। ਹੋਰ ਵੀ ਹਰ ਥਾਂ ਸਾਈਕਲ 'ਤੇ ਹੀ ਜਾਣਾ। ਚਾਹ ਦਾ ਕੱਪ ਖਾਲੀ ਕਰਦੇ ਉਹ ਫਿਰ ਬੋਲੇ, ਡਾਕਟਰ ਕਹਿ ਰਿਹਾ ਸੀ ਥੋੜ੍ਹਾ ਜਿਹਾ ਭਾਰ ਘਟਾਓ। ਹੁਣ ਤੁਹਾਨੂੰ ਪਤਾ ਹੈ ਇੱਕ ਪਾਸੇ ਗੋਡੇ ਨਾਲੇ ਸਾਈਕਲ ਬੰਦ, ਭਾਰ ਕਿਵੇਂ ਘਟਾਇਆ ਜਾਏ? ਕੋਸ਼ਿਸ਼ ਬੜੀ ਕਰੀਦੀ ਹੈ। ਮੈਂ ਵੀ ਚਾਹ ਪੀ ਲਈ ਹੈ। ਇੱਕ ਵਾਰੀ ਉਹਨਾਂ ਨੂੰ ਮਿੱਠਾ ਘੱਟ ਕਰਨ ਦੀ ਸਲਾਹ ਦਿੰਦਾ, ਕਿਉਂਕਿ ਇਸ ਨਾਲ ਕੁਝ ਭਾਰ ਦਾ ਫਰਕ ਪਏਗਾ। ਮੈਂ ਨਾਲ ਹੀ ਕਹਿੰਦਾ, ਖੇਮਕਰਨੀ ਸਾਹਿਬ ਮੈਂ ਫਿਰ ਦੁਹਰਾਉਣਾ ਕਿ ਤੁਹਾਨੂੰ ਕੁਝ ਨਹੀਂ ਹੋਇਆ। ਬਹੁਤੇ ਡਾਕਟਰ ਆਪਣੀ ਰਟੀ ਰਟਾਈ ਰਾਏ ਦਿੰਦੇ ਰਹਿੰਦੇ ਆ। ਇਹ ਬਿਲਕੁਲ ਠੀਕ ਹੈ, ਨਾਰਮਲ। ਇੱਕ ਰਾਏ ਹੈ ਮੇਰੀ ਬਸ ਕਿ ਜਣੇ ਖੜੇ ਨੂੰ ਦੱਸ ਕੇ ਇਸ ਬਾਰੇ ਸਲਾਹਾਂ ਨਾ ਲੈਣ ਲੱਗ ਪੈਣਾ। ਜਾਂ ਕਿਸੇ ਥਾਂ 'ਤੇ ਸ਼ੂਗਰ ਦੀ ਚਰਚਾ ਹੋ ਰਹੀ ਹੋਵੇ ਤਾਂ ਕੋਈ ਢੰਗ ਤਰੀਕਾ ਦੱਸਿਆ ਜਾ ਰਿਹਾ ਹੋਵੇ, ਉੱਤੇ ਬਹੁਤੀ ਗੌਰ ਨਾ ਕਰਨਾ। ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ। ਰਾਤੀ ਰਾਣੇ ਨਾਲ ਗੱਲ ਹੋਈ ਤਾਂ ਉਹਨੇ ਇੱਕ ਟੋਟਕਾ ਦੱਸਿਆ। ਖੇਮਕਰਨੀ ਸਾਹਿਬ, ਸ਼ੂਗਰ ਦੀ ਬਿਮਾਰੀ ਲਈ ਸਾਡੇ ਸਮਾਜ 'ਚ ਹਰ ਬੰਦੇ ਕੋਲ ਇੱਕ ਨਹੀਂ ਕਈ ਟੋਟਕੇ ਨੁਸਖੇ ਹੈ। ਤੁਸੀਂ ਹੈਰਾਨ ਹੋਵੋਗੇ, ਮੇਰੀ ਵਿਦਿਆਰਥਣ ਇਸ ਵਿਭਾਗ 'ਚ MD ਕਰ ਰਹੀ ਹੈ। ਉਹਦੇ ਫਾਦਰ ਮਿਲਣ ਆਏ ਤੇ ਉਹਨਾਂ ਦੀ ਸ਼ੂਗਰ ਨੂੰ ਲੈ ਕੇ ਇੱਕ ਸ਼ੂਗਰ ਰੋਗ ਮਾਹਰ ਕੋਲੋਂ ਟਾਈਮ ਲਿਆ। ਆਟੋ 'ਚ ਬੈਠੇ ਜਾ ਰਹੇ ਸੀ। ਪਿਓ ਦੀਆਂ ਗੱਲਾਂ ਤੋਂ ਆਟੋ ਵਾਲੇ ਨੂੰ ਪਤਾ ਚੱਲਿਆ ਕਿ ਉਹ ਸ਼ੂਗਰ ਰੋਗ ਦੀ ਦਵਾਈ ਲੈਣ ਜਾ ਰਹੇ ਹੈ। ਉਹਨੇ ਆਪਣਾ ਆਟੋ ਰੋਕ ਕੇ ਪੂਰੇ ਆਤਮ ਵਿਸ਼ਵਾਸ ਨਾਲ ਆਪਣਾ ਫਾਰਮੂਲਾ ਦੱਸਣਾ ਸ਼ੁਰੂ ਕਰਤਾ। ਇਸੇ ਤਰ੍ਹਾਂ ਹੀ ਆ ਬਿਲਕੁਲ। ਬਸ 'ਚ ਪਿੰਡ ਜਾਈਦਾ, ਉੱਥੇ ਹਰ ਕੋਈ ਇਹਦਾ ਮਾਹਰ ਹੈ। ਕਰੇਲੇ, ਜਾਮਣਾ, ਮੇਥੀ ਦੇ ਬੀਜ, ਇੱਥੋਂ ਤੱਕ ਕਿ ਤੂੜੀ ਨੂੰ ਰਾਤੀ ਪਾਣੀ 'ਚ ਭਿਉਂ ਕੇ ਤੇ ਸਵੇਰੇ ਉਹ ਪੀਣ ਨਾਲ ਸ਼ੂਗਰ ਗਾਇਬ। ਖੇਮਕਰਨੀ ਸਾਹਿਬ, ਸ਼ੂਗਰ ਰੋਗ ਨਾਲ ਜੁੜੇ ਭਰਮਾਂ ਟੋਟਕਿਆਂ ਬਾਰੇ ਜਿੰਨੀ ਮਰਜ਼ੀ ਗੱਲ ਕਰ ਲਓ। ਚਲੋ ਮੈਂ ਇੱਕ ਹੋਰ ਗੱਲ ਸੁਣਾਉਣਾ। ਮੇਰਾ ਭਣਵਈਆ ਤੁਸੀਂ ਜਾਣਦੇ ਹੋ ਗੰਗਾ ਨਗਰ ਵਾਲਾ? ਹਾਂ, ਮਿਲਿਆ ਸੀ ਮੈਂ ਉਹਨੂੰ ਜਦੋਂ ਮੈਂ ਆਪਣੇ ਭਰਾ ਜਸਵੰਤ ਨੂੰ ਮਿਲਣ ਗਿਆ ਸੀ ਗੰਗਾ ਨਗਰ। ਬਿਲਕੁਲ, ਉਹਨਾਂ ਨੂੰ ਪਿਛਲੇ 20 ਸਾਲਾਂ ਤੋਂ ਸ਼ੂਗਰ ਹੈ। ਉਹ ਜਦੋਂ ਵੀ ਆਏ ਨੇ ਮਿਲਣ ਮੇਰੇ ਤੋਂ ਕਦੇ ਨਹੀਂ ਪੁੱਛਿਆ। ਮੈਂ ਡਾਕਟਰਾਂ ਤੇ ਖੁਦ ਮਰੀਜ਼ ਵੀ, ਤੇ ਇੱਕ ਨਿੱਜੀ ਤਜਰਬਾ ਹੈ ਬਿਮਾਰੀ ਨੂੰ ਲੈ ਕੇ। ਉਹ ਸਗੋਂ ਹਰ ਵਾਰੀ ਆਪਣਾ ਇੱਕ ਟੋਟਕਾ ਦੱਸ ਕੇ ਚਲੇ ਜਾਂਦੇ ਆ ਜੋ ਉਹ ਅਜ਼ਮਾ ਰਹੇ ਹੁੰਦੇ ਆ। ਉਂਝ ਮੈਨੂੰ ਅਜ਼ਮਾਉਣ ਲਈ ਨਹੀਂ ਕਹਿੰਦੇ, ਆਪਣੇ 'ਤੇ ਹੋ ਰਹੇ ਅਸਰ ਦੀ ਚਰਚਾ ਜ਼ਰੂਰ ਕਰਦੇ ਆ। ਅਤੇ ਰਾਜਸਥਾਨ ਦੇ ਹੈਗੇ ਨੇ, ਉੱਥੇ ਇੱਕ ਹੋਰ ਸ਼ੋਸ਼ਾ ਛੱਡਿਆ ਵੀ ਕਿਸੇ ਨੇ ਕਿਹਾ ਵੀ ਉੱਠਣੀ ਦੇ ਦੁੱਧ ਨਾਲ ਸ਼ੂਗਰ ਠੀਕ ਹੋ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਹੈ ਖੇਮਕਰਨੀ ਸਾਹਿਬ, ਸਾਡੇ ਕੋਲ ਜਾਣਕਾਰੀ ਵੀ ਹੈ,
ਨਿੱਜੀ ਤਜਰਬੇ ਵੀ ਹੈ। ਫਿਰ ਵੀ ਪਰਖ ਜ਼ਰੂਰੀ ਹੈ। ਤੁਸੀਂ ਕਹਾਣੀ ਲਿਖਦੇ ਹੋ, ਮਿੰਨੀ ਕਹਾਣੀ, ਜਦੋਂ ਤੁਸੀਂ ਕਿਰਦਾਰ ਉਸਾਰਦੇ ਹੋ, ਵਾਤਾਵਰਨ ਸਿਰਜਦੇ ਹੋ, ਤਾਂ ਕਿਸੇ ਤੱਥ ਦੇ ਆਧਾਰ 'ਤੇ ਅਜਿਹਾ ਕਰਦੇ ਹੋ। ਇਹ ਮਨ 'ਚ ਰਹਿੰਦਾ ਹੈ ਨਾ ਕਿ ਕੋਈ ਪਾਠਕ ਪੜ੍ਹ ਕੇ ਮਖੌਲ ਹੀ ਨਾ ਉਡਾਏ। ਇਹੀ ਗੱਲ ਹੈ। ਤੁਸੀਂ ਕੁਝ ਵਰਤ ਰਹੇ ਹੋ, ਸੁਣਨ ਵਾਲਾ ਇਹ ਨਾ ਸੋਚੇ ਵੀ ਸਿਆਣੇ ਬਿਆਣੇ ਬੰਦੇ ਕਿਹੜੇ ਵਹਿਮਾਂ ਭਰਮਾਂ 'ਚ ਪਏ ਨੇ। ਠੀਕ ਹੈ ਨਾ। ਮੈਂ ਤਾਂ ਵਿਗਿਆਨ ਨੂੰ ਨਾਲ ਰੱਖਦਾ। ਵਿਗਿਆਨ ਦਾ ਸਭ ਤੋਂ ਮਜ਼ਬੂਤ ਪੱਖ ਹੈ ਪਰਖ ਤੇ ਪ੍ਰਮਾਣ। ਮੈਂ ਕਦੇ ਕੋਈ ਇਸ ਤਰ੍ਹਾਂ ਦੀ ਤਰਜ਼ 'ਤੇ ਚਲੋ ਕਰਕੇ ਦੇਖਦਾ, ਹਰਜ਼ ਵੀ ਕੀ ਹੈ, ਨਹੀਂ ਕੀਤਾ, ਖਾਸ ਕਰ ਉਸ ਹਾਲਤ ਵਿੱਚ ਜਿੱਥੇ ਇੱਕ ਕਾਰਗਰ ਤਰੀਕਾ ਸਾਡੇ ਕੋਲ ਹੈ। ਚਲੋ ਇਹ ਗੱਲ ਤਾਂ ਤੁਸੀਂ ਵਧੀਆ ਦੱਸਦੀ। ਵੈਸੇ ਮੈਨੂੰ ਇਹ ਗੱਲ ਜੱਚੀ ਕਿ ਆਪਣੇ ਨਾਲ ਤਜਰਬਾ ਨਾ ਕਰੀਏ, ਜੇ ਕਰੀਏ ਤਾਂ ਉਹਦਾ ਕੋਈ ਆਧਾਰ ਹੋਵੇ। ਖੇਮਕਰਨੀ ਸਾਹਿਬ, ਆਪਾਂ ਬਿਮਾਰੀ ਦੇ ਚੱਲਦੇ ਦਵਾਈ ਖਾਣੀ ਆ ਤਾਂ ਸਮਝੋ ਕਿ ਅਸੀਂ ਆਪਣੀ ਕਹਾਣੀ ਲਿਖ ਰਹੇ ਹਾਂ। ਇਹ ਕਹਾਣੀ ਤੱਥ ਕਥ ਤੋਂ, ਸੱਚ ਤੋਂ ਘਟਨਾਵਾਂ ਲਵੇ। ਐਵੇਂ ਕੋਈ ਹਾਸੋ-ਹੀਣਾ ਨਾ ਵਾਪਰੇ ਤੇ ਬਰਦਾਸ਼ਤ ਨਾ ਹੋਣ ਵਾਲਾ ਹਾਦਸਾ ਵੀ। ਤੁਸੀਂ ਜਾਣਦੇ ਹੋ, ਸਾਡੇ ਵਿਭਾਗ 'ਚ ਆਰਟਿਸਟ ਹੁੰਦਾ ਸੀ ਸੁਬੇਗ ਸਿੰਘ। ਇੱਕ ਦਿਨ ਅਖਬਾਰ 'ਚ ਪੜ੍ਹ ਲਿਆ ਕਿ ਪਿਆਜ਼ ਦੇ ਰਸ ਨਾਲ ਸ਼ੂਗਰ ਠੀਕ ਹੁੰਦੀ ਹੈ। ਉਹਨੇ ਸੋਚਿਆ ਅੱਜ ਹੀ ਠੀਕ ਕਰਦੇ ਹਾਂ। ਉਸ ਲੇਖ 'ਚ ਨਾ ਮਿਕਦਾਰ ਨਾ ਵਰਤਣ ਦਾ ਤਰੀਕਾ ਸੀ। ਉਹਨੇ ਪੂਰਾ ਗਲਾਸ ਭਰ ਲਿਆ ਤੇ ਸੋਚਿਆ, ਲੈ ਬਸ ਚਲੋ ਅੱਜ ਹੀ ਇਹਦਾ ਖਾਤਮਾ ਕਰਨਾ। ਹੋਇਆ ਇਹ ਕਿ ਸ਼ਾਮੀ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ। ਮੈਂ ਗੱਲ ਸੁਣਾਈ ਤਾਂ ਉਹ ਵੀ ਗੰਭੀਰ ਹੋ ਗਏ, ਭਾਵੇਂ ਕਿ ਮੈਂ ਹਲਕੇ ਲਹਿਜੇ 'ਚ ਸੁਣਾਈ। ਪ੍ਰੇਮ ਚਾਹ ਦੇ ਕੱਪ ਚੁੱਕਣ ਆਇਆ। ਮੈਂ ਖੇਮਕਰਨੀ ਸਾਹਿਬ ਤੋਂ ਅੱਧਾ ਕੱਪ ਚਾਹ ਹੋਰ ਪੀਣ ਨੂੰ ਪੁੱਛਿਆ। ਉਹਨਾਂ ਨੇ ਨਾਂਹ 'ਚ ਸਿਰ ਹਿਲਾਇਆ ਤੇ ਜਾਣ ਲਈ ਤਿਆਰੀ ਕਰਨ ਲੱਗੇ। ਮੈਂ ਜਾਣਿਆ ਵੀ ਕੋਈ ਵੀ ਬਿਮਾਰੀ ਜਾਂ ਸਮੱਸਿਆ ਦੇ ਸਹੀ ਕਾਰਨ ਦੀ ਪਛਾਣ, ਉਹਦੇ ਇਲਾਜ ਜਾਂ ਹੱਲ ਲਈ ਜਿੱਥੇ ਪਹਿਲੀ ਸ਼ਰਤ ਹੈ, ਉੱਥੇ ਇਹ ਸਮੱਸਿਆ ਦੇ ਹੱਲ ਲਈ ਅੱਧਾ ਕੰਮ ਹੋਇਆ ਮੰਨਿਆ ਜਾਂਦਾ ਹੈ। ਸਹੀ ਕਾਰਨ 'ਤੇ ਪਹੁੰਚਣ ਦਾ ਕਾਰਜ ਹੁੰਦਾ ਹੈ ਪਰਖ ਨਾਲ, ਪ੍ਰਮਾਣਾਂ ਨਾਲ। ਮੈਨੂੰ ਪਤਾ ਹੈ ਸ਼ੂਗਰ ਰੋਗ ਦਾ ਕਾਰਨ ਹੈ ਸਰੀਰ 'ਚ ਇਨਸੂਲਿਨ ਹਾਰਮੋਨਸ ਪੈਦਾ ਹੋਣਾ ਬੰਦ ਹੋ ਜਾਣਾ ਜਾਂ ਘਟ ਜਾਣਾ। ਹੁਣ ਜੇ ਕੋਈ ਹੱਲ ਇਨਸੂਲਿਨ ਪੈਦਾ ਕਰਨ ਦੀ ਹਾਮੀ ਭਰਦਾ ਤਾਂ ਮੰਨਿਆ ਜਾ ਸਕਦਾ ਹੈ, ਵਰਤਿਆ ਵੀ ਜਾ ਸਕਦਾ ਹੈ। ਮੇਥਰੇ, ਕਰੇਲੇ, ਜਾਮਣ, ਐਲੋਵੇਰਾ ਜਾਂ ਅਜਿਹਾ ਕੁਝ ਵੀ ਕਿਸੇ ਤਰੀਕੇ ਵੀ ਵਿਗਿਆਨਕ ਤਜਰਬਿਆਂ ਮੁਤਾਬਕ ਪਰਖਿਆ ਨਹੀਂ ਹੈ। ਫਿਰ ਐਵੇਂ ਵਹਿਮ ਭਰਮ 'ਚ ਪੈਣਾ ਭਟਕਣਾ ਹੈ, ਆਪਣੇ ਆਪ ਨੂੰ ਕੁਰਾਹੇ ਪਾਉਣਾ ਹੈ। ਇਹਨਾਂ ਦਾ ਇੱਕ ਪੱਖ ਇਹ ਵੀ ਹੈ ਕਿ ਪ੍ਰਚਾਰੇ ਤਾਂ ਬਹੁਤ ਜਾਂਦੇ ਆ, ਪਰ ਕਿਸੇ ਤਰ੍ਹਾਂ ਇਹਨਾਂ ਦੀ ਵਰਤੋਂ ਦੀ ਤਰਕੀਬ ਬਾਰੇ ਨਾ ਮਿਕਦਾਰ, ਨਾ ਵਰਤੋਂ ਦਾ ਸਮਾਂ, ਨਾ ਹੀ ਤਰੀਕਾ ਦੱਸਿਆ ਜਾਂਦਾ ਹੈ। ਇਹਨਾਂ ਦੀ ਵਰਤੋਂ ਵੇਲੇ ਧਿਆਨ 'ਚ ਰੱਖਣ ਵਾਲੀਆਂ ਗੱਲਾਂ ਦਾ ਤਾਂ ਬਿਲਕੁਲ ਹੀ ਜ਼ਿਕਰ ਨਹੀਂ ਕੀਤਾ ਹੁੰਦਾ। ਜੇ ਕਿਸੇ ਨੂੰ ਜਜ਼ਬਾਤੀ ਲਗਾਓ ਵੀ ਹੈ ਤਾਂ ਘੱਟੋ ਘੱਟ ਇਸ ਪੈਥੀ ਦੇ ਜਾਣੂਆਂ ਤੋਂ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਮੈਂ ਫਰਵਰੀ 1988 ਵਿੱਚ ਮੈਡੀਕਲ ਕਾਲਜ ਅੰਮ੍ਰਿਤਸਰ ਆਪਣੀ ਨੌਕਰੀ 'ਤੇ ਹਾਜ਼ਰ ਹੋਇਆ। ਮੇਰੇ ਲਈ ਇਹ ਵਿਦੇਸ਼ ਹੀ ਸੀ। ਅਬੋਹਰ ਪੰਜਾਬ ਦਾ ਇੱਕ ਕੋਨਾ, ਉੱਥੋਂ ਦਾ ਜੰਮਪਲ, MBBS MD ਪਟਿਆਲੇ ਤੋਂ ਕੀਤੀ। ਪੰਜਾਬ ਦਾ ਦੂਜਾ ਕੋਨਾ ਜਿੱਥੋਂ ਹਰਿਆਣਾ ਸ਼ੁਰੂ ਹੋ ਜਾਂਦਾ ਹੈ। ਅਬੋਹਰ, ਬਠਿੰਡਾ, ਬਰਨਾਲਾ, ਪਟਿਆਲਾ ਰੇਲਵੇ ਲਾਈਨ 'ਤੇ ਹੀ ਸਾਰੇ ਰਿਸ਼ਤੇਦਾਰ, ਮਾਸੀ, ਮਾਮੇ, ਨਾਨਕੇ ਰਹਿੰਦੇ। ਅੰਮ੍ਰਿਤਸਰ ਵਾਲੇ ਪਾਸੇ ਕਦੇ ਆਉਣਾ ਹੀ ਨਹੀਂ ਹੋਇਆ, ਨਾ ਕਿਸੇ ਧਾਰਮਿਕ ਕਾਰਜ ਲਈ ਤੇ ਨਾ ਹੀ ਇਤਿਹਾਸਿਕ ਟੂਰ 'ਤੇ ਕਿ ਚਲੋ ਜਲਿਆਂਵਾਲੇ ਬਾਗ ਨੂੰ ਦੇਖ ਆਇਆ ਜਾਵੇ। ਇਸ ਤਰ੍ਹਾਂ ਦੇ ਟੂਰ ਨਾ ਹੋਣ ਦੇ ਘਰੇਲੂ ਕਾਰਨ ਵੀ ਹੈ। ਮੈਂ ਜਦੋਂ ਅੰਮ੍ਰਿਤਸਰ ਆਇਆ, ਅੱਤਵਾਦ ਦਾ ਸਮਾਂ ਸੀ, ਪੂਰੇ ਸਿਖਰਾਂ 'ਤੇ ਕਹਿ ਸਕਦੇ ਹਾਂ। ਜਿਸ ਕਿਸੇ ਨੂੰ ਪਤਾ ਚੱਲਿਆ ਉਹ ਹੈਰਾਨ ਵੀ, ਲੋਕੀ ਤਾਂ ਨੌਕਰੀਆਂ ਤੋਂ ਅਸਤੀਫੇ ਦੇ ਕੇ ਅੰਮ੍ਰਿਤਸਰ ਛੱਡ ਰਹੇ ਆ ਤੇ ਤੂੰ ਉੱਧਰ ਵੱਲ ਜਾ ਰਿਹਾ। ਮੈਨੂੰ ਅੱਤਵਾਦ ਦੀਆਂ ਹੋ ਰਹੀਆਂ ਵਾਰਦਾਤਾਂ ਦਾ ਪਤਾ ਸੀ ਜੋ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ, ਪਰ ਇਸ ਤਰ੍ਹਾਂ ਦਾ ਡਰ ਨਹੀਂ ਸੀ ਕਿ ਪਤਾ ਨਹੀਂ ਅੰਮ੍ਰਿਤਸਰ ਦੀ ਧਰਤੀ 'ਤੇ ਉਤਰਦਿਆਂ ਕੋਈ ਹਾਦਸਾ ਹੋ ਜਾਏਗਾ। ਮੈਨੂੰ ਅੰਮ੍ਰਿਤਸਰ ਦੋ ਲੋਕ ਹੀ ਜਾਣਦੇ ਸੀ। ਇੱਕ ਸੀ ਖੇਮਕਰਨੀ ਸਾਹਿਬ, ਜਿਨ੍ਹਾਂ ਨਾਲ 79 ਵਾਲੀ ਸਾਂਝ ਸੀ, ਤੇ ਦੂਜਾ ਸੰਪਰਕ ਮੈਨੂੰ ਸੁਖਬੀਰ ਜੀ ਨੇ ਬੰਬਈ ਤੋਂ ਭੇਜਿਆ ਸੀ, ਨਾਵਲਕਾਰ ਨਾਨਕ ਸਿੰਘ ਦੇ ਸਭ ਤੋਂ ਛੋਟੇ ਬੇਟੇ ਕੁਲਬੀਰ ਸੂਰੀ ਦਾ। ਮੈਨੂੰ ਅੰਮ੍ਰਿਤਸਰ 'ਚ 4 ਕੁ ਮਹੀਨੇ ਇਕੱਲੇ ਰਹਿਣਾ ਪਿਆ ਸੀ। ਊਸ਼ਾ ਪਟਿਆਲੇ ਸੀ। ਇੱਥੇ ਹਾਜ਼ਰ ਹੋਣ ਤੋਂ ਬਾਅਦ ਉਹਦੇ ਤਬਾਦਲੇ ਲਈ ਅਰਜ਼ੀ ਦੇਣੀ ਸੀ। ਮੈਡੀਕਲ ਕਾਲਜ ਦਾ ਸਮਾਂ ਉਹਨਾਂ ਮਹੀਨਿਆਂ 'ਚ ਸਵੇਰੇ 9 ਵਜੇ ਤੋਂ 4:30 ਵਜੇ ਹੁੰਦਾ ਸੀ। ਤੇ ਇੱਕ ਦਿਨ ਮੈਂ ਖੇਮਕਰਨੀ ਸਾਹਿਬ ਨੂੰ ਮਿਲਣ ਦਾ ਮਨ ਬਣਾਇਆ। ਉਹ ਪੁਤਲੀ ਘਰ ਇਲਾਕੇ 'ਚ ਰਹਿੰਦੇ ਹੈ। ਮੇਰੇ ਕੋਲ ਸਾਈਕਲ ਸੀ। ਮੈਂ ਡਿਊਟੀ ਕਰਕੇ ਉਹਨਾਂ ਵੱਲ ਤੁਰ ਪਿਆ। ਕੋਈ 5-7 ਕਿਲੋਮੀਟਰ ਦੂਰ ਘਰ ਸੀ। ਮੈਂ ਤਕਰੀਬਨ 5:30 ਵਜੇ ਪਹੁੰਚਿਆ। ਖੇਮਕਰਨੀ ਸਾਹਿਬ ਨਾਲ ਹੈਲੋ ਹਾਏ ਹੋਈ, ਚਾਹ ਪੀਤੀ। ਖੇਮਕਰਨੀ ਸਾਹਿਬ ਨੇ ਪੁੱਛਿਆ, ਰਹਿਣਾ ਕਿ ਵਾਪਸ ਜਾਣਾ? ਮੈਂ ਕਿਹਾ ਵਾਪਸ ਜਾਣਾ ਹੈ। ਸਵੇਰੇ ਡਿਊਟੀ 'ਤੇ ਤਿਆਰ ਹੋ ਕੇ ਸਮੇਂ ਸਿਰ ਜਾਇਆ ਜਾਏਗਾ। ਉਹ ਕਹਿੰਦੇ ਤਾਂ ਫਿਰ ਤੁਸੀਂ ਜਾਓ। ਇਸ ਇਲਾਕੇ 'ਚ ਫਿਰ ਉਹਨਾਂ ਦਾ ਇਸ਼ਾਰਾ ਸੀ ਵੀ ਫਿਰ ਅੱਤਵਾਦੀਆਂ ਦਾ ਰਾਜ ਸ਼ੁਰੂ ਹੋ ਜਾਣਾ। ਮੈਂ ਵਾਪਸ ਤੁਰ ਪਿਆ।
ਅਜਿਹੀ ਮੁਲਾਕਾਤ ਕੁਲਬੀਰ ਸੂਰੀ ਹੋਰਾਂ ਨਾਲ ਹੋਈ ਜਦੋਂ ਮੈਂ ਡਿਊਟੀ ਤੋਂ ਉਹਨਾਂ ਕੋਲ ਮਾਸਟਰ ਤਾਰਾ ਸਿੰਘ ਮਾਰਕੀਟ, ਜੋ ਹੁਣ ਗਲਿਆਰਾ ਸਕੀਮ ਤਹਿਤ ਢਾਹ ਦਿੱਤੀ ਗਈ ਹੈ, 'ਚ ਗਿਆ ਤਾਂ ਆਪਣੀ ਕਿਤਾਬਾਂ ਦੀ ਦੁਕਾਨ ਨਾਨਕ ਸਿੰਘ ਪੁਸਤਕ ਮਾਲਾ ਦਾ ਸ਼ਟਰ ਸੁੱਟ ਤਾਲਾ ਲਗਾ ਰਹੇ ਸੀ ਅਤੇ ਮੈਨੂੰ ਮਿਲ ਕੇ ਕਹਿੰਦੇ, ਹੁਣ ਤੁਸੀਂ ਚੱਲੋ, ਅਸੀਂ ਵੀ ਜਾ ਰਹੇ ਹਾਂ, ਦੇਖ ਲਓ ਸਾਰਾ ਬਾਜ਼ਾਰ ਹੀ ਬੰਦ ਹੋ ਚੱਲਿਆ। ਇਸ ਤਰ੍ਹਾਂ ਮੇਰੇ ਅੰਮ੍ਰਿਤਸਰ ਦੇ ਪਹਿਲੇ 2 ਹਫ਼ਤਿਆਂ 'ਚ ਮੇਰਾ ਅੰਮ੍ਰਿਤਸਰ 'ਚ ਸਵਾਗਤ ਹੋਇਆ ਜਾਂ ਮੈਨੂੰ ਅੰਮ੍ਰਿਤਸਰ ਦਾ ਇਸ ਢੰਗ ਨਾਲ ਤਾਰਫ ਕਰਵਾਇਆ ਗਿਆ। ਮੈਨੂੰ ਫਿਰ ਵੀ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਤੁਰਦਿਆਂ, ਸਾਈਕਲ ਚਲਾਉਂਦਿਆਂ ਕੋਈ ਡਰ ਨਾ ਲੱਗਿਆ। ਹਾਂ, ਹੈਰਾਨੀ ਜ਼ਰੂਰ ਹੁੰਦੀ ਕਿ ਲੋਕੀ ਇੰਨੇ ਡਰੇ ਹੋਏ ਨੇ। ਸ਼ਾਮ ਢਲਦੇ ਜਿਵੇਂ ਸ਼ਹਿਰ 'ਚ ਕੋਈ ਦਿਓ ਫਿਰ ਗਿਆ ਹੋਵੇ। ਮੈਂ ਅੱਤਵਾਦ ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ। ਉਹ 2 ਤਰ੍ਹਾਂ ਦੀਆਂ ਵਾਰਦਾਤਾਂ ਕਰਦੇ। ਇੱਕ ਤਾਂ ਭੀੜ ਭੜੱਕੇ ਦੇ ਇਲਾਕੇ 'ਚ, ਉਹ ਸਮਾਂ ਵੀ ਦਫ਼ਤਰ ਤੋਂ ਛੁੱਟੀ ਦਾ ਹੁੰਦਾ, ਤਕਰੀਬਨ 5-6 ਵਜੇ ਦੇ ਵਿਚਕਾਰ, ਅਤੇ ਦੂਜਾ ਉਹ ਜਿਸ ਕਿਸੇ ਨੂੰ ਮਾਰਨਾ ਤੈਅ ਕਰ ਲੈਂਦੇ ਉਹਨੂੰ ਮਾਰਦੇ। ਇਹਨਾਂ ਦੋਹਾਂ ਤਰੀਕਿਆਂ ਰਾਹੀਂ ਉਹ ਅਖਬਾਰ ਦੀਆਂ ਸੁਰਖੀਆਂ ਬਟੋਰਦੇ ਅਤੇ ਇਸ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਅਤੇ ਉਹਨਾਂ ਦਾ ਮੰਤਵ ਪੂਰਾ ਹੋ ਜਾਂਦਾ। ਇਹ ਠੀਕ ਹੈ ਕਿ ਜੀਵਨ ਦੀ ਤੋਰ ਮੱਠੀ ਹੋ ਜਾਂਦੀ ਹੈ, ਆਉਣਾ ਜਾਣਾ ਘੱਟ ਜਾਂਦਾ ਹੈ, ਅਜਿਹੇ ਮਾਹੌਲ 'ਚ ਉਸੇ ਮੁਤਾਬਕ ਰਹਿਣਾ ਪੈਂਦਾ ਹੈ। ਪਰ ਹਰ ਵੇਲੇ ਮਨ 'ਤੇ ਦਹਿਸ਼ਤ, ਘਰੇ ਦਫ਼ਤਰ ਇਸੇ ਡਰ ਨੂੰ ਲੈ ਕੇ ਚਰਚਾ, ਉਹ ਇੱਕ ਵੱਖਰੀ ਤਰ੍ਹਾਂ ਦੇ ਤਣਾਅ ਪੈਦਾ ਤਾਂ ਕਰਦੀ ਹੈ। ਮੈਂ ਜੋ ਸਮਝਿਆ, ਸਿੱਖਿਆ ਅਤੇ ਆਪਣੇ ਆਪ 'ਤੇ ਲਾਗੂ ਕੀਤਾ ਉਹ ਹੈ ਘਟਨਾਵਾਂ, ਵਾਰਦਾਤਾਂ ਨੂੰ ਇੱਕ ਤਰਤੀਬ 'ਚ ਲੈਣਾ। ਜਿਵੇਂ ਸ਼ੁਰੂ ਕਿਵੇਂ ਹੋਈ, ਸ਼ੁਰੂਆਤੀ ਲੱਛਣ ਕੀ ਹੈ, ਇਹ ਕਿਸ ਦਿਸ਼ਾ 'ਚ ਜਾਂਦੀ ਘਾਤਕ ਹੁੰਦੀ ਹੈ ਅਤੇ ਹੁਣ ਅੱਗੋਂ ਇਹਦੇ ਕਿਸ ਪਾਸੇ ਵੱਲ ਜਾਣ ਦੀ ਸੰਭਾਵਨਾ ਹੈ। ਵਿਗਿਆਨ ਵਿੱਚ ਇਹਨੂੰ ਐਲਗੋਰਿਦਮ ਕਹਿੰਦੇ ਹਨ। ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੇ ਵਿਸ਼ਲੇਸ਼ਣ ਨਾਲ ਡਰ ਤੋਂ ਰਾਹਤ ਜ਼ਰੂਰ ਮਿਲਦੀ ਹੈ, ਜਿਹਨੂੰ ਮੈਂ ਬਹੁਤ ਵੱਡੀ ਪ੍ਰਾਪਤੀ ਸਮਝਦਾ। ਉਹ ਡਰ ਬਿਮਾਰੀ ਦਾ ਵੀ ਹੋ ਸਕਦਾ ਹੈ ਜਾਂ ਬਿਮਾਰੀ ਤੋਂ ਅੱਗੇ ਮੌਤ ਤੱਕ। ਇਹ ਵੀ ਠੀਕ ਹੈ ਕਿ ਬੇਵਕਤੀ ਮੌਤ ਦੁਖਦਾਈ ਹੁੰਦੀ ਹੈ, ਪਰ ਮੌਤ ਦਾ ਇੱਕ ਸਿਰਾ ਜ਼ਿੰਦਗੀ ਹੈ ਅਤੇ ਜ਼ਿੰਦਗੀ ਅਜਿਹੀ ਨਾ ਹੋਵੇ ਕਿ ਮੌਤ ਨੂੰ ਵੀ ਸ਼ਰਮਸਾਰ ਹੋਣਾ ਪਵੇ। ਮੈਂ ਅਕਸਰ ਦੇਖਿਆ ਅਤੇ ਮਹਿਸੂਸ ਕੀਤਾ ਕਿ ਉਹ ਲੋਕ ਜ਼ਿਆਦਾ ਡਰਦੇ ਹੈ ਜਿਨ੍ਹਾਂ ਕੋਲ ਜੀਣ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ। ਜ਼ਿੰਦਗੀ ਜਿਉਣਾ ਤਾਂ ਦੂਰ ਦੀ ਗੱਲ ਹੈ। ਦਰਦ ਬੇਚੈਨੀ ਨੂੰ ਪੈਦਾ ਕਰਦਾ ਹੈ ਅਤੇ ਜ਼ਿੰਦਗੀ ਨੂੰ ਢਾਹ ਲਾਉਂਦਾ ਹੈ। ਇਹ ਸਮਝ ਮੈਨੂੰ ਵਿਗਿਆਨਕ ਸੋਚ ਕਾਰਨ, ਜੋ ਮੈਨੂੰ ਮੇਰੇ ਵਿਸ਼ੇ ਕਮਿਊਨਿਟੀ ਮੈਡੀਸਨ ਨੇ ਅਤੇ ਉਸ ਵਿੱਚੋਂ ਵੀ ਬਿਮਾਰੀ ਦੀ ਪੂਰੀ ਗਾਥਾ ਸ਼ੁਰੂਆਤ ਤੋਂ ਉਹਦੇ ਅੰਤਮ ਨਤੀਜੇ ਤੱਕ ਪਹੁੰਚਣ ਦੇ ਨਜ਼ਰੀਏ ਤੋਂ ਮਿਲੀ ਹੈ। ਇਸੇ ਤਰਜ਼ 'ਤੇ ਮੈਂ ਆਪਣੀ ਬਿਮਾਰੀ ਨੂੰ ਲਿਆ। ਇਹ ਕਿਵੇਂ ਕਾਬੂ ਰਹਿ ਸਕਦੀ ਹੈ? ਜੇ ਨਾ ਰਹੀ ਤਾਂ ਕੀ ਹੋ ਸਕਦਾ ਹੈ? ਇਹਨੂੰ ਕਾਬੂ ਹੇਠ ਰੱਖਣ ਲਈ ਸਿਰਫ ਦਵਾਈਆਂ ਜਾਂ ਮਿੱਠਾ ਛੱਡਣਾ ਹੀ ਕਾਫੀ ਨਹੀਂ। ਇਹਦੇ ਸਿਹਤਮੰਦ ਨਿਯੰਤਰਣ ਲਈ ਹੋਰ ਵੀ ਕਈ ਅਹਿਮ ਪਹਿਲੂ ਹਨ, ਜਿਨ੍ਹਾਂ 'ਚੋਂ ਤਣਾਅ ਬਹੁਤ ਅਹਿਮ ਹੈ। ਸਿਰਫ ਸ਼ੂਗਰ ਰੋਗ ਨਹੀਂ, ਦਿਲ ਦੀਆਂ ਬਿਮਾਰੀਆਂ ਨੂੰ ਵੀ ਉਹ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਸਾਰੇ ਨਤੀਜੇ 'ਤੇ ਪਹੁੰਚਣ ਲਈ ਐਲਗੋਰਿਦਮ ਨੇ ਮਦਦ ਕੀਤੀ ਅਤੇ ਮੈਂ ਉਹਦੇ ਨਤੀਜੇ ਵੀ ਦੇਖੇ। ਇਹੀ ਐਲਗੋਰਿਦਮ ਹੈ, ਇਹੀ ਬਿਮਾਰੀਆਂ ਪ੍ਰਤੀ ਮੇਰੀ ਸਮਝ 'ਤੇ ਪਹੁੰਚ ਹੈ ਕਿ ਅੱਜ 2020 'ਚ ਕਰੋਨਾ ਕਾਲ 'ਚ ਡਰ ਵੀ ਹੈ ਅਤੇ ਉਹਦੇ ਮੁਕਾਬਲੇ ਡਰਾਇਆ ਵੱਧ ਜਾ ਰਿਹਾ। ਇਹ ਅੱਤਵਾਦ ਵਾਲੇ ਸਮੇਂ ਤੋਂ ਵੀ ਵੱਧ ਦਹਿਸ਼ਤ ਵਾਲਾ ਮਾਹੌਲ ਹੈ। ਹੁਣ ਵੀ ਘਰ 'ਚ ਬਿਠਾਉਣ ਦੀ ਕੋਸ਼ਿਸ਼ ਹੈ। ਇਹ ਕਿੰਨਾ ਸਮਾਂ ਲੱਗੇਗਾ ਕਿਸੇ ਨੂੰ ਪਤਾ ਨਹੀਂ। ਚਾਹੇ 1988 ਵਾਲਾ ਅੱਤਵਾਦ ਸੀ ਅਤੇ ਚਾਹੇ ਇਹ 2020 ਵਾਲਾ ਡਰ ਹੈ। ਹੁਣ ਸਪਸ਼ਟ ਹੋ ਰਿਹਾ ਹੈ ਕਿ ਕੁਝ ਫੈਸਲੇ ਰਾਜਨੀਤਿਕ ਹੁੰਦੇ ਹੈ, ਪਰ ਮੇਰੇ ਐਲਗੋਰਿਦਮ ਦੇ ਤਰੀਕੇ ਕਰਕੇ ਮੈਂ ਇਹਨਾਂ ਦਿਨਾਂ 'ਚ ਜਦੋਂ ਮੋਬਾਈਲ ਦੀ ਰਿੰਗ ਟੋਨ ਤੁਹਾਨੂੰ ਦਿਨ 'ਚ ਕਈ ਵਾਰ ਯਾਦ ਕਰਾਉਂਦੀ ਹੈ ਕਿ ਘਰੋਂ ਬਾਹਰ ਨਾ ਨਿਕਲੋ, ਮੈਂ ਜਦੋਂ ਵੀ ਮੌਕਾ ਮਿਲਿਆ ਮੈਂ ਕਈ ਵਾਰ ਖੁਦ ਵੀ ਮੌਕਾ ਬਣਾਇਆ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚੋਂ ਹੋ ਆਇਆ। ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ, ਇਹ ਮੈਂ ਸਿੱਖਿਆ ਹੈ। ਅਤੇ ਜ਼ਿੰਦਗੀ 'ਚ ਘਟਨਾਵਾਂ ਦੀ ਤਰਤੀਬ ਸਮਝਣ ਨਾਲ ਡਰ ਦਾ ਬੂਹਾ ਬੰਦ ਹੁੰਦਾ ਹੈ। ਧੰਨਵਾਦ।